क्योंकि भारतीय जनता पार्टी ਨੂੰ ਆਪਣਾ ਉਹ ਇਤਿਹਾਸ ਯਾਦ ਕਰਨਾ ਚਾਹੀਦਾ ਕਿ ਜੋ ਉਹਨਾਂ ਦੇ ਨਾਲ ਪੱਛਮੀ ਬੰਗਾਲ ਦੇ ਵਿੱਚ ਹੋਇਆ ਸੀ। ਫਤਿਹ ਜੰਗ ਸਿੰਘ ਬਾਜਵਾ ਹੁਣੀ ਜੇਕਰ ਉਧਰ ਚਲੇ ਗਏ ਨੇ ਹੋ ਸਕਦਾ ਉਹਨਾਂ ਨੂੰ ਕੋਈ ਟਿਕਟ ਦਾ ਵੀ ਵਾਅਦਾ ਕੀਤਾ ਗਿਆ ਹੋਵੇ, ਮਿਲ ਵੀ ਜਾਊਗੀ ਟਿਕਟ, ਪਰ ਕਹਿਣ ਦਾ ਮਤਲਬ ਇਹ ਹੈ ਕਿ ਟਿਕਟ ਮਿਲਣ ਦੇ ਨਾਲ ਉਹਨਾਂ ਦੀ ਜਿੱਤ ਜਿਹੜੀ ਆ ਉਹ ਯਕੀਨੀ ਹੈ। ਅੱਜ ਵੀ ਬਹੁਤ ਸਾਰੇ ਲੋਕਾਂ ਦੇ ਕੋਲੋਂ ਅਰਜ਼ੀਆਂ ਵੀ ਲੈ ਰਹੇ ਆ, ਸਰਵੇ ਵੀ ਕਰਵਾ ਰਹੇ ਆ, ਪਰ ਕਿੰਨੇ ਕੁ ਸਰਵੇ ਵਾਲਿਆਂ ਨੂੰ ਟਿਕਟਾਂ ਮਿਲਣਗੀਆਂ? ਕੌਣ ਸੋਨੀਆ ਗਾਂਧੀ ਦੇ ਨੇੜੇ ਹੈ, ਕੌਣ ਰਾਹੁਲ ਦੇ ਨੇੜੇ ਹੈ, ਕੌਣ ਨਵਜੋਤ ਸਿੰਘ ਸਿੱਧੂ ਦੇ ਨੇੜੇ ਹੈ, ਕੌਣ ਬਾਕੀ ਦੂਸਰਿਆਂ ਦੇ ਨੇੜੇ ਹੈ? ਇਹ ਟਿਕਟਾਂ ਦੀ ਵੰਡ ਦਾ ਆਧਾਰ ਤਾਂ ਅਸਲ ਵਿੱਚ ਇਹਨਾਂ ਨੇ ਇਹ ਬਣਾ ਲਿਆ। ਆਮ ਆਦਮੀ ਪਾਰਟੀ ਅੱਜ ਚਿਹਰਾ ਚੰਗਾ ਨਹੀਂ ਤਲਾਸ਼ ਰਹੀ, ਉਹ ਸਿਰਫ ਜਿੱਤਣ ਵਾਲਾ ਬੰਦਾ ਤਲਾਸ਼ ਰਹੀ। ਜਿੱਦਾਂ ਕਿਸੇ ਲੀਡਰ ਨੂੰ ਟਿਕਟ ਨਹੀਂ ਨਾ ਮਿਲਣੀ, ਉਹਦਾ ਆਪਣੀ ਪਾਰਟੀ ਦੇ ਸਾਹ ਘੁੱਟਣ ਲੱਗ ਪੈਂਦਾ। ਇਦਾਂ ਹੀ ਜਿੱਥੇ ਹੁਣ ਵੋਟਾਂ, ਉੱਥੇ ਕਰੋਨਾ ਦਾ ਸਾਹ ਘੁੱਟ ਹੋਣ ਲੱਗ ਪੈਂਦਾ। ਕਰੋਨਾ ਉੱਥੇ ਹੁੰਦਾ ਹੀ ਨਹੀਂ। ਇਹਨਾਂ ਨੂੰ ਇਹ ਅੱਜ ਤੱਕ ਸਮਝ ਨਹੀਂ ਆਈ ਸਿਆਸਤਦਾਨਾਂ ਨੂੰ ਕਿ ਭੀੜ ਕਦੇ ਵੀ ਵੋਟ ਦੇ ਵਿੱਚ ਤਬਦੀਲ ਨਹੀਂ ਹੁੰਦੀ। ਵੋਟਰ ਹਮੇਸ਼ਾ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ ਤੇ ਜਿਹੜੇ ਆਉਂਦੇ ਨੇ ਉਹ ਸਿਰਫ ਘੁੰਮਣ ਆਉਂਦੇ ਨੇ। ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਆਪਣੀਆਂ ਵੋਟਾਂ ਕਿੱਥੋਂ ਕੱਢਣੀਆਂ। ਇਹ ਭੀੜਾਂ ਇਕੱਠੀਆਂ ਨਾ ਕਰੋ। ਜਦੋਂ ਤੁਹਾਨੂੰ ਕਿਸਾਨ ਬੈਠੇ ਸੀ ਹੱਦਾਂ ਦੇ ਉੱਪਰ, ਉਦੋਂ ਤੁਹਾਨੂੰ ਕਰੋਨੇ ਤੋਂ ਡਰ ਲੱਗਦਾ ਸੀ। ਅੱਜ ਤੋਂ ਜਦੋਂ ਤੁਸੀਂ ਰੈਲੀਆਂ ਕਰ ਰਹੇ ਹੋ, ਉਦੋਂ ਤੁਹਾਨੂੰ ਡਰ ਨਹੀਂ ਲੱਗਦਾ? ਸਤਿ ਸ਼੍ਰੀ ਅਕਾਲ ਜੀ, ਆਨੂੰ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਪ੍ਰੋਗਰਾਮ ਪੰਜਾਬੀ ਸਾਥ ਲੈ ਕੇ ਹਾਜ਼ਰ ਹਾਂ ਮੈਂ ਰਮਨੀਕ ਕੌਰ। ਧੀਰੂਭਾਈ ਅੰਬਾਨੀ ਤੇ ਰਤਨ ਟਾਟਾ ਦੋਨਾਂ ਸ਼ਖਸੀਅਤਾਂ ਦਾ ਜਨਮ ਦਿਨ ਇੱਕੋ ਹੀ ਤਰੀਕ ਨੂੰ ਹੁੰਦਾ ਹੈ, 28 ਦਸੰਬਰ ਨੂੰ। ਦੋਵਾਂ ਦੀ ਕਾਮਯਾਬੀ ਦੇ ਜਿਹੜੇ ਰਾਜ਼ ਨੇ, ਉਹਨਾਂ ਦੇ ਕੁਝ ਵਿਚਾਰ ਨੇ ਜੋ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ। ਇਹਨਾਂ ਦਾ ਮੰਨਣਾ ਹੈ ਕਿ ਜੇ ਤੁਸੀਂ ਆਪਣੇ ਸੁਪਨੇ ਪੂਰੇ ਨਹੀਂ ਕਰੋਗੇ ਤਾਂ ਕੋਈ ਹੋਰ ਆਪਣੇ ਸੁਪਨੇ ਪੂਰੇ ਕਰ ਲੇਗਾ ਤੁਹਾਨੂੰ ਨੌਕਰੀ ਤੇ ਰੱਖ ਕੇ। ਇੱਕ ਇਹ ਵੀ ਵਿਚਾਰ ਦਿੰਦੇ ਨੇ, ਕਹਿੰਦੇ ਨੇ ਕਿ ਜੇ ਤੁਸੀਂ ਤੇਜ਼ ਚੱਲਣਾ ਤੇ ਇਕੱਲੇ ਚੱਲੋ, ਪਰ ਜੇ ਤੁਸੀਂ ਲੰਬੇ ਚੱਲਣਾ ਤਾਂ ਫਿਰ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਤੇ ਕਿਵੇਂ ਹੋ ਸਕਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਇਕੱਲੀ ਰਮਨੀਕ ਕੌਰ ਹੋਵੇ, ਨਾਲ ਲੈ ਕੇ ਚੱਲਣਾ ਪਏਗਾ ਮੈਨੂੰ ਚਰਨਜੀਤ ਜੋਗੀ ਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨੀਕ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ। ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਨਾਲ ਲੈ ਕੇ ਚੱਲ ਰਹੇ ਹੋ। ਮੈਂ ਚੱਲ ਤਾਂ ਮੈਂ ਆਪ ਹੀ ਜਾਣਾ ਸੀਗਾ, ਮੈਨੂੰ ਕਿਹੜਾ ਦੀਦਾ ਘਟਿਆ। ਤੁਸੀਂ ਦੀਵਾਲੀ ਦੇ ਬੰਬੋ ਆਪੇ ਚੱਲ ਜਾਣਾ ਸੀ। ਦੇਖੋ ਗੱਲ ਹੈਗੀ ਏਦਾਂ ਕਿ ਜ਼ਿੰਦਗੀ ਦੇ ਵਿੱਚ ਇਕੱਲੇ ਚੱਲਣਾ ਵੀ ਕਲਾ ਜੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇਹ ਵੀ ਬਹੁਤ ਵੱਡੀ ਕਲਾ ਹੈ। ਔਰ ਤੁਹਾਨੂੰ ਪਤਾ ਕਿ ਜਿਸ ਬੰਦੇ ਨੂੰ ਇਹ ਸਾਰੀ ਕਲਾਕਾਰੀ ਆ ਜਾਂਦੀ ਹੈ, ਉਹ ਬੰਦਾ ਦੁਨੀਆ ਦੇ ਵਿੱਚ ਉਹਨੂੰ ਕੋਈ ਵੀ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦਾ। ਬਿਲਕੁਲ ਸਹੀ। ਪਰ ਇੱਥੇ ਜ਼ਿੰਦਗੀ ਦੇ ਵਿੱਚ ਇਹ ਕਲਾ ਨਾ, ਕਿਸੇ ਨੇ ਇੱਕ ਬਹੁਤ ਹੀ ਖੂਬਸੂਰਤ ਕਿਸੇ ਦਾ ਕਥਨ ਆ, ਉਹ ਕਹਿੰਦਾ ਕਿ ਜ਼ਿੰਦਗੀ ਜਿਉਣਾ ਜੀ ਇੱਕ ਕਲਾ ਹੈ। ਇਹ ਕਲਾ ਸਾਰਿਆਂ ਨੂੰ ਨਹੀਂ ਆਉਂਦੀ, ਇਸੇ ਕਰਕੇ ਲੋਕ ਮਰ ਜਾਂਦੇ ਆ। ਸਾਨੂੰ ਜਿਉਂਦੇ ਰਹਿਣ ਵਾਸਤੇ ਜ਼ਿੰਦਗੀ ਨੂੰ ਮਾਣਨ ਦੀ ਕਲਾ ਹੋਣੀ ਚਾਹੀਦੀ ਜੀ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਜਦੋਂ ਹਮੇਸ਼ਾ ਅਸੀਂ ਬੀਤੇ ਦੇ ਵਿੱਚ ਸੀ ਨਾ, ਤਾਂ ਅਸੀਂ ਆਉਣ ਵਾਲੇ ਕੱਲ ਦੀ ਸੋਚਦੇ ਸੀ। ਅਸੀਂ ਕੱਲ ਆ, ਕੱਲ ਦੀ ਸੋਚਣੀ। ਸਾਡਾ ਅੱਜ ਹੈ ਜਿਹੜਾ, ਅਸੀਂ ਤਾਂ ਵੀ ਕੱਲ ਦੀ ਸੋਚਣੀ। ਕਹਿਣ ਦਾ ਮਤਲਬ ਕਿ ਅਸੀਂ ਹਮੇਸ਼ਾ ਕੱਲ ਦੀ ਸੋਚਦੇ ਜੀ। ਕਦੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਲਓ ਕਿ ਆਮ ਤੌਰ ਤੇ ਜਿਹੜਾ ਸਾਡਾ ਬੰਦਾ ਆ, ਜਾਂ ਤੁਸੀਂ ਵੀ ਹੋ, ਕੋਈ ਵੀ ਹੈ ਇਸ ਦੁਨੀਆ ਦੇ ਉੱਪਰ, ਤੁਸੀਂ ਵੀ ਹੋ ਸਕਦੇ ਹੋ, ਅਸੀਂ ਕਿੱਥੇ ਰਹਿੰਦੇ ਆ? ਇਸ ਧਰਤੀ ਤੇ ਤਾਂ ਹੁੰਨੇ ਆ, ਪਰ ਹੁੰਨੇ ਕਿੱਥੇ ਆ? ਕਾਲ ਕਿਹੜਾ ਚੱਲਦਾ ਉਦੋਂ? ਅਸੀਂ ਜਾਂ ਤਾਂ ਪਿਛਲੀਆਂ ਗੱਲਾਂ ਹੀ ਸੋਚਦੇ ਰਹਿੰਦੇ ਹਾਂ। ਬਿਲਕੁਲ ਸਹੀ। ਯਾਰ ਪਿੱਛੇ ਇਦਾਂ ਹੋ ਗਿਆ, ਆ ਨੁਕਸਾਨ ਹੋ ਗਿਆ, ਉਹ ਛੁੱਟ ਗਿਆ, ਆ ਰਹਿ ਗਿਆ, ਉਹ ਇਦਾਂ ਕਰਦੇ ਹੁੰਦੇ ਸੀਗੇ, ਉਹ ਬੀਬੀ ਇਦਾਂ ਸੀ, ਪਾਪਾ ਇਦਾਂ ਸੀ, ਉਹ ਕਾਕੀ ਇਦਾਂ ਸੀ, ਕਾਕਾ ਇਦਾਂ ਸੀ। ਜਾਂ ਫਿਰ ਸੋਚਦੇ ਰਹਿੰਦੇ ਆ, ਇਹ ਮੁੰਡੇ ਦਾ ਕੀ ਬਣੂਗਾ, ਇਹ ਕੁੜੀ ਦਾ ਕੀ ਬਣੂਗਾ, ਮੇਰਾ ਫਿਊਚਰ ਕੀ ਹੋਊਗਾ, ਇਹਨੂੰ ਆਪਾਂ ਵਿਆਹਾਂਗੇ ਕਿੱਦਾਂ, ਇਹਨੂੰ ਪੜ੍ਹਾਵਾਂਗੇ ਕਿੱਦਾਂ, ਇਹਨੂੰ ਬਾਹਰ ਕਿੱਦਾਂ ਭੇਜਣਾ, ਇਹਨੂੰ ਆਇਲਸ ਕਿੱਥੋਂ ਕਰਾਉਣੀ ਹੈ, ਫਲਾਨਾ ਟਮਕਾਨਾ, ਜੇ ਉਹ ਸਾਰਾ ਕੁਝ। ਪਰ ਜਦੋਂ ਅਸੀਂ ਮੌਜੂਦਾ ਅੱਜ ਦੀ ਗੱਲ ਕਰਦੇ ਹਾਂ, ਅੱਜ ਦੇ ਵਿੱਚ ਕੋਈ ਨਹੀਂ ਹੁੰਦਾ ਤੇ ਜੇਕਰ ਅਸੀਂ ਅੱਜ ਦੇ ਵਿੱਚ ਨਹੀਂ ਹੋਵਾਂਗੇ ਤਾਂ ਅਸੀਂ ਆਪਣੇ ਅੱਜ ਨੂੰ ਮਾਣ ਕਿੱਥੋਂ ਸਕਦੇ? ਬਿਲਕੁਲ ਸਹੀ। ਸਾਨੂੰ ਆਪਣੇ ਅੱਜ ਨੂੰ ਮਾਣਨ ਦੇ ਲਈ ਜੋ ਸਾਡੀ ਮੁੱਠੀ ਦੇ ਵਿੱਚ ਸਮਾਂ, ਕਿਉਂਕਿ ਅਗਲੇ ਪਲ ਦਾ ਤਾਂ ਸਾਨੂੰ ਪਤਾ ਹੀ ਨਹੀਂ, ਜੋ ਬੀਤ ਗਿਆ ਉਹਨੂੰ ਅਸੀਂ ਮੋੜ ਕੇ ਲਿਆ ਨਹੀਂ ਸਕਦੇ। ਜਿਹੜਾ ਆਉਣ ਵਾਲਾ ਉਹਨੂੰ ਅਸੀਂ ਆਪਣੇ ਅਨੁਸਾਰ ਕਦੇ ਵੀ ਕਰ ਨਹੀਂ ਸਕਦੇ, ਕਿਉਂਕਿ ਆਉਣ ਵਾਲੇ ਸਮੇਂ ਦਾ ਸਾਨੂੰ ਕੋਈ ਪਤਾ ਨਹੀਂ ਕਿਹੋ ਜਿਹਾ ਹੋਵੇ। ਬਹੁਤ ਸਾਰੇ ਉਤਰਾਅ ਚੜ੍ਹਾਅ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ, ਪਰ ਜੇਕਰ ਅਸੀਂ ਜੋ ਸਾਡੇ ਕੋਲ ਆ, ਜੋ ਸਾਡੀ ਮੁੱਠੀ ਦੇ ਵਿੱਚ ਆ, ਜੋ ਸਾਡੇ ਨਾਲ ਚੱਲ ਰਿਹਾ, ਜੇਕਰ ਉਹਨੂੰ ਖੂਬਸੂਰਤ ਤਰੀਕੇ ਦਾ, ਸਲੀਕੇ ਦਾ ਬਣਾ ਲਈਏ
ਤਾਂ ਜ਼ਿੰਦਗੀ ਸੱਚਮੁੱਚ ਸਾਨੂੰ ਸੋਹਣੀ ਲੱਗੇਗੀ। ਇਸੇ ਕਰਕੇ ਜ਼ਿੰਦਗੀ ਦਾ ਮੂੰਹ ਮਹਾਂਦਰਾ ਸਾਨੂੰ ਸੋਹਣਾ ਨਹੀਂ ਲੱਗਦਾ ਕਿ ਅਸੀਂ ਹਮੇਸ਼ਾ ਜਾਂ ਪਿਛਾਂ ਵੱਲ ਝਾਕ ਰੱਖਦੇ ਹਾਂ ਤੇ ਜਾਂ ਅਗਾਂਹ ਵੱਲ ਝਾਕ ਰੱਖਦੇ ਹਾਂ। ਬਿਲਕੁਲ ਜੀ, ਅਸੀਂ ਇਹਨਾਂ ਦੋਨਾਂ ਹੀ ਉਲਝਣਾਂ ਦੇ ਵਿੱਚ ਉਲਝੇ ਰਹਿੰਦੇ ਹਾਂ, ਪਰ ਅਸੀਂ ਭੁੱਲ ਜਾਂਦੇ ਹਾਂ ਵੀ ਅੱਜ ਇਹ ਪਲ ਬੜਾ ਹੀ ਖੂਬਸੂਰਤ ਹੈ। ਔਰ ਦੇਖੋ ਤੁਹਾਡੇ ਲਈ ਇਹ ਪਲ ਕਿੰਨਾ ਭਾਗਾਂ ਵਾਲਾ ਹੈ ਕਿ ਤੁਸੀਂ ਮੇਰੇ ਨਾਲ ਬੈਠੇ ਹੋ। ਵਾਹ ਜੀ ਵਾਹ, ਵਾਹ ਜੀ ਵਾਹ। ਮੈਂ ਵੀ ਸੋਚ ਰਿਹਾ ਸੀਗਾ, ਤਾਕੀਆਂ ਵਾਲਾ ਕੋਟ ਪਾ ਕੇ। ਮੈਂ ਤਾਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਦਾ ਕਿ हे ਸੱਚੇ ਪਾਤਸ਼ਾਹ ਕਿ ਮੈਨੂੰ ਤੂੰ ਮੇਰੇ ਕੀਤੇ ਹੋਏ ਪਾਪਾਂ ਦੀ ਸਜ਼ਾ ਇਸੇ ਹੀ ਜਨਮ ਦੇ ਵਿੱਚ ਦੇਤੀ ਆ। ਜੋਗੀ ਜੀ, ਜੇ ਮੈਂ ਤੁਹਾਡੇ ਨਾਲ ਬੈਠੀ ਆ, ਤੁਹਾਡੇ ਨਾਲ ਚਾਰ ਗੱਲਾਂ ਕਰ ਰਹੀ ਆ ਤੇ ਤੁਹਾਡੀ ਇੰਨੀ ਕੁ ਲਿਆਕਤ ਬਣਦੀ ਆ ਨਾ, ਐਟੀਕੇਟਸ ਜਿਹਨੂੰ ਕਹਿੰਦੇ ਆ ਕਿ ਬੰਦੇ ਨੂੰ ਚਾਹ ਪਾਣੀ ਪੁੱਛ ਲਓ ਕੋਈ। ਦੇਖੋ ਇਹ ਮਹਿਕਮਾ ਤਾਂ ਵੈਸੇ ਤੁਹਾਡਾ ਹੈ, ਅੱਛਾ, ਨਾਲੇ ਸਾਡੇ ਤੇ ਘਰ ਦਾ ਵੀ ਰੂਲ ਆ ਹਾਂ ਕਿ ਆਏ ਹੋ ਤੇ ਕੀ ਲੈ ਕੇ ਆਓ ਤੇ ਜਾਓਗੇ ਤੇ ਕੀ ਦੇ ਕੇ ਜਾਓਗੇ। ਤੁਹਾਡੇ ਘਰ ਆਏਗੇ ਨੂੰ ਚਾਹ ਨਹੀਂ ਪੁੱਛਦੇ? ਨਹੀਂ ਪੁੱਛਦੇ ਆ, ਪਰ ਉਹ ਤਰੀਕਾ ਸਾਡਾ ਹੋ ਰਿਹਾ। ਅੱਛਾ, ਇਹ ਤੁਸੀਂ ਚਾਹ ਤੇ ਨਹੀਂ ਪੀਓਗੇ? ਅਗਲਾ ਬੋਲੇ ਕਹਿੰਦਾ ਨਹੀਂ, ਅਸੀਂ ਕਹਿੰਦੇ ਓਕੇ। ਇੱਕ ਇਹ ਵੀ ਗੱਲ ਹੁੰਦੀ ਹੈ ਕਿ ਜਦੋਂ ਗੱਲਾਂ ਖਤਮ ਹੀ ਨਾ ਹੋਣ, ਰੁਕ ਜਾਓ ਚਾਹ ਪੀ ਲਓ, ਚਾਹ ਪੀ ਕੇ ਅਗਲਾ ਨਾਲ ਹੀ ਉੱਠਣ ਲੱਗਦਾ ਕਿ ਨਹੀਂ ਬਸ। ਜਦੋਂ ਤੁਸੀਂ ਕਿਸੇ ਨੂੰ ਉਠਾਉਣਾ ਹੋਵੇ, ਦੇਖੋ ਤੁਹਾਡਾ ਫੋਨ ਲੰਮਾ ਚੱਲ ਗਿਆ, ਇਹ ਨੋਟ ਕਰਿਓ, ਜਦੋਂ ਤੁਹਾਡਾ ਫੋਨ ਲੰਮਾ ਚੱਲ ਗਿਆ, ਤੁਸੀਂ ਫੋਨ ਹੁਣ ਕੱਟਣਾ ਚਾਹੁੰਦੇ ਹੋ, ਹੁਣ ਦੌੜਨਾ ਚਾਹੁੰਦੇ ਕਿ ਅਗਲਾ ਫੋਨ ਨਹੀਂ ਛੱਡ ਰਿਹਾ, ਤੇ ਤੁਸੀਂ ਫੋਨ ਹੁਣ ਛੱਡਣਾ ਔਰ ਆਪਣਾ ਹੋਰ ਕੋਈ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਸ ਵੇਲੇ ਕਹਿਣ ਲੱਗ ਪਓਗੇ ਅੱਛਾ ਹੋਰ ਫੇ ਠੀਕ, ਉਦੋਂ ਸਮਝ ਲਓ ਕਿ ਅਗਲਾ ਹੁਣ ਫੋਨ ਕੱਟਣਾ ਚਾਹੁੰਦਾ ਹੋ ਗਿਆ। ਦੂਸਰਾ, ਜਦੋਂ ਤੁਸੀਂ ਕਿਸੇ ਨੂੰ ਉਠਾਉਣਾ ਚਾਹੁੰਦੇ ਹੋ ਕਿ ਤੁਹਾਡੇ ਘਰ ਕੋਈ ਆਇਆ ਕਿ ਤੁਸੀਂ ਚਾਹੁੰਦੇ ਹੋ ਕਿ ਇਹ ਬੰਦਾ ਫਟਾਫਟ ਚਲਾ ਜਾਵੇ, ਤੁਸੀਂ ਉਹਨੂੰ ਵਾਰ-ਵਾਰ ਪੁੱਛੋ ਅੱਛਾ ਵੀ ਚਾਹ ਬਣਾਈਏ? ਉਹ ਨਹੀਂ ਜੀ ਚਾਹ ਨਹੀਂ ਪੀਣੀ, ਬਸ 2 ਮਿੰਟ ਬਹਿਣਾ ਸੀਗਾ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਸੀਗੀਆਂ, ਅਸੀਂ ਕਰ ਲਈਆਂ ਤੇ ਓਕੇ। ਕਈ ਵਾਰ ਇਹ ਵੀ ਤੀਰ ਫਿਰ ਟਿਕਾਣੇ ਤੇ ਨਹੀਂ ਲੱਗਦਾ, ਅਗਲਾ ਢੀਠ ਜਾ ਹੋ ਕੇ ਕਹਿੰਦਾ ਚਲੋ ਥੋੜੀ ਥੋੜੀ ਬਣਾਇਓ, ਕਹਿ ਦੇਣਾ ਕਿ ਉਹ ਫਿਰ ਬੰਦਾ ਫਸ ਜਾਂਦਾ ਕਿ ਯਾਰ ਆ ਤਾਂ ਮੈਂ ਗੁਨਾਹ ਕਰ ਲਿਆ, ਪਾਪ ਕਰ ਲਿਆ। ਚਲੋ ਖੈਰ, ਉਸ ਤੋਂ ਬਾਅਦ ਚਾਹ ਵੀ ਆ ਜਾਂਦੀ ਹੈ, ਸਾਰਾ ਕੁਝ ਹੁੰਦਾ। ਫਿਰ ਬੰਦਾ ਕੀ ਕਰਦਾ ਹੈ, ਫਟਾਫਟ ਨਾ ਤਿਆਰੀ ਕਰਨ ਲੱਗ ਪੈਂਦਾ। ਆ ਮੇਰੇ ਬੂਟ ਕਿੱਥੇ ਹੈ, ਮੇਰੀ ਜਰਾਬਾਂ ਫੜਾ ਦਿਓ, ਮੇਰੀ ਬੈਗ ਫੜਾ ਦਿਓ, ਮੈਂ ਕੰਮ ਤੇ ਨਿਕਲਣਾ। ਉਹ ਬੰਦਾ ਵੀ ਸੋਚਦਾ ਕਿ ਹੁਣ ਇਸ ਬੰਦੇ ਨੇ ਜਾਣਾ, ਠੀਕ ਹੈ ਜੀ, ਤੇ ਹੁਣ ਇਹਨੂੰ ਆਪਾਂ ਜਾਲਣ ਦਈਏ ਕਿਉਂਕਿ ਇਹ ਵਿਚਾਰਾ ਕੰਮ ਤੋਂ ਲੇਟ ਹੋ ਰਿਹਾ। ਕਈ ਉਸ ਤੋਂ ਵੀ ਜ਼ਿਆਦਾ ਢੀਠ ਕਿਸਮ ਦੇ ਇਨਸਾਨ ਹੁੰਦੇ ਆ ਤੁਹਾਡੇ ਵਰਗੇ, ਉਹ ਫਿਰ ਚਾਹ ਚੂ ਪੀ ਕੇ ਨਾ ਐਨ ਪੂਰੇ ਸਵਾਦ ਦੇ ਨਾਲ ਤੜਫਾ ਕੇ ਕੀ ਕਹਿੰਦੇ ਵਕਤ ਲਗਾ ਕੇ ਸੁੜਕੀ ਹੋ ਗਏ ਚਾਹ ਜਦੋਂ ਮੁਕਾ ਕੇ ਕੱਪ ਰੱਖਦੇ ਆ, ਇਹਦੇ ਤੇ ਨੂੰ ਬੰਦਾ ਵੀ ਤਿਆਰ ਹੋ ਜਾਂਦਾ। ਤਿਆਰ ਹੋਣ ਲੱਗਦਾ ਤੇ ਉਹਨੂੰ ਫਿਰ ਅੱਛਾ ਫਿਰ ਭਾਜੀ ਹੁਣ ਦਫ਼ਤਰ ਹੀ ਜਾਣਾ? ਉਹ ਕਹਿੰਦਾ ਹਾਂਜੀ ਜੀ ਮੈਂ ਦਫ਼ਤਰ ਹੀ ਜਾਣਾ। ਬੰਦੇ ਨੇ ਭਾਵੇਂ ਨਾ ਵੀ ਜਾਣਾ ਹੋਵੇ, ਉਹਨੂੰ ਹੀ ਕੱਢਣ ਵਾਸਤੇ ਤਿਆਰ ਹੁੰਦਾ ਹੋਵੇ, ਹਾਂਜੀ ਮੈਂ ਦਫ਼ਤਰ, ਅੱਛਾ ਫਿਰ ਮੈਨੂੰ ਰਾਹ 'ਚ ਹੀ ਲਾ ਦਿਓ। ਉਹ ਜਿਹੜਾ ਕੁਹਾੜਾ ਵੱਜਦਾ ਨਾ ਉਸ ਵੇਲੇ, ਉਹ ਬੰਦੇ ਦੇ ਲਈ ਸਭ ਤੋਂ ਵੱਡਾ ਹੁੰਦਾ। ਖੈਰ ਇਹ ਗੱਲਾਂ ਇਸੇ ਤਰ੍ਹਾਂ ਹੀ ਸਾਡੇ ਘਰਾਂ ਦੇ ਵਿੱਚ ਆਮ ਵਾਪਰਦੀਆਂ ਨੇ। ਔਰ ਚਾਹਾਂ ਦੀ ਜੇਕਰ ਗੱਲ ਕਰੀਏ ਤੇ ਚਾਹ ਜਿਹੜੀ ਆ ਪ੍ਰਧਾਨ ਹੋ ਗਈ ਹੈ ਅੱਜ ਸਾਡੇ ਸਮਾਜ ਦੇ ਵਿੱਚ। ਹਰ ਥਾਂ ਕਹਿੰਦੇ ਵੀ ਹੋਰ ਹੈ ਵੀ ਕੀ ਹੈ, ਲੈ ਕੇ ਵੀ ਕੀ ਜਾਣਾ, ਸੇਵਾ ਵੀ ਕੀ ਕਰ ਸਕਦੇ, ਚਾਹ ਹੀ ਹੈ, ਇੱਕ ਕੱਪੀ ਚਾਹ ਦੀ ਤੁਸੀਂ ਉਹ ਪੀ ਲਓ। ਇੱਥੋਂ ਤੱਕ ਕੀ ਤੇਰੇ ਵਰਗੀ ਕੋਈ ਬਿਮਾਰ ਠਮਾਰ ਪਈ ਹੋਵੇ, ਮਰਨੇ ਧਰਨੇ ਤੇ ਪਈ ਹੋਵੇ, ਆਖਰੀ ਵੇਲੇ ਤੇ ਹੋਵੇ, ਸਹਿਕਦੀ ਹੋਵੇ, ਸਿਸਕਦੀ ਹੋਵੇ, ਕਿ ਡਾਕਟਰ ਨੇ ਇਹਨੂੰ ਦੱਸ ਦਿੱਤਾ ਹੋਵੇ ਕਿ ਹੁਣ ਬਸ ਲੈ ਜਾਓ ਸੇਵਾ ਕਰ ਲਓ, ਫਾਈਨਲ ਤੇ ਫਿਊਨਰਲ ਹੀ ਆ। ਹਾਂ, ਉਸ ਵੇਲੇ ਵੀ ਬੰਦਾ ਜਦੋਂ ਉਹਦੇ ਕੋਲ ਜਾਂਦਾ, ਉੱਥੇ ਜਾਂਦਾ, ਉਹ ਜਿਹੜੇ ਬੈਠੇ ਹੁੰਦੇ ਰਿਸ਼ਤੇਦਾਰ, ਬਹਿ ਜਾਓ ਚਾਹ ਪੀ ਕੇ ਜਾਇਓ, ਵੀ ਦੱਸ ਉਹ ਮਰਨੇ ਧਾਰੇ ਤੇ ਪਈ ਆ, ਤੁਸੀਂ ਇਧਰ ਚਾਹ ਪਾਰਟੀਆਂ ਰੱਖੀਆਂ ਹੋਈਆਂ। ਔਰ ਉਸ ਤੋਂ ਵੀ ਬਾਅਦ ਜਦੋਂ ਬਹੁਤ ਜ਼ਿਆਦਾ ਕਿਸੇ ਸਿਰ ਦੁਖਦਾ ਹੋਵੇ, ਹਾਏ ਚਾਹ ਹੀ ਬਣਾ ਦਿਓ, ਉਸ ਵੇਲੇ ਵੀ ਚਾਹ ਦਵਾਈ ਦਾ ਕੰਮ ਕਰਦੀ। ਜਦੋਂ ਕਿਸੇ ਬੰਦੇ ਨੂੰ ਜ਼ਿਆਦਾ ਕੁਝ ਉਹਨੇ ਖਾ ਪੀ ਲਿਆ, ਠੀਕ ਹੈ, ਉਦੋਂ ਵੀ ਪਚਾਉਣ ਦੇ ਵਾਸਤੇ ਚਾਹ ਚਾਹੀਦੀ, ਰਾਤ ਨੂੰ ਵੀ ਚਾਹ ਚਾਹੀਦੀ ਹੈ, ਹਾਂ ਰਾਤ ਨੂੰ ਵੀ ਚਾਹ ਚਾਹੀਦੀ, ਠੰਡ ਆ ਤਾਂ ਚਾਹ ਬਣਾ ਲਓ, ਠੀਕ ਹੈ ਜੀ, ਕਿਸੇ ਦੇ ਕੋਲ ਬੈਠਣਾ ਤਾਂ ਚਾਹ ਬਣਾ ਲਓ। ਇੱਥੋਂ ਤੱਕ ਕਿ ਸਾਡੇ ਲੋਕਾਂ ਨੇ ਚਾਹ ਪੀਣ ਦਾ ਐਡਾ ਟਕਵੰਜ ਬਣਾ ਲਿਆ ਕਿ ਅਸੀਂ ਗਰਮੀਆਂ ਦੇ ਵਿੱਚ ਸਿੱਖ ਦੁਪਹਿਰਾ ਹੋਵੇ ਜੇਠ ਹਾੜ ਦਾ, ਹਾਂਜੀ, ਉਸ ਵੇਲੇ ਵੀ ਦੁਪਹਿਰ ਨੂੰ ਪਤੀਲਾ ਧਰਿਆ ਹੁੰਦਾ ਚੁੱਲ੍ਹੇ ਦੇ ਉੱਪਰ, ਤੇ ਨਾਲ ਉਹਨਾਂ ਹਾਏ ਹਾਏ ਇੰਨੀ ਗਰਮੀ ਦੇ ਵਿੱਚ ਆਹ ਤਾਂ ਇਹਨਾਂ ਨੇ ਪਤਾ ਗਰਮੀ ਨੂੰ ਮਾਰਦੀ ਹੈ। ਪਰ ਮੈਂ ਕਹਿੰਨੀ ਆ ਵੀ ਇਸ ਚਾਹ ਦੇ ਨਾਲ ਵੀ ਬੜਾ ਤਸ਼ੱਦਦ ਹੋ ਰਿਹਾ, ਜ਼ੁਲਮ। ਹਾਂ, ਅੱਛਾ, ਨਿੱਕੀਆਂ ਜੇ ਕੱਪੀਆਂ ਜਦੋਂ ਮੌਲਾਂ 'ਚ ਦੇਖਦੀ ਨਾ, ਮੇਰਾ ਦਿਲ ਟੁੱਟ ਜਾਂਦਾ ਵੀ ਏਦਾਂ ਤਾਂ ਖਾਲੀ ਕੱਪ ਜਿਹੜਾ ਚਾਹ ਵਾਸਤੇ ਹੋਰ ਮੰਗਾਉਣ ਵਾਲੀ ਉਹ ਪ੍ਰਥਾ ਹੀ ਖਤਮ ਹੋ ਜਾਣੀ। ਬਿਲਕੁਲ ਜੀ, ਸੱਚੀ ਮੁੱਚੀ ਸਾਡੇ ਸੱਭਿਆਚਾਰ ਨੂੰ ਖਤਮ ਕਰ ਦੇਣਾ ਇਹਨਾਂ ਨੇ। ਵੀ ਜਿੱਥੇ ਚਾਹ ਦੇ ਪਿਆਲੇ ਹੁੰਦੇ ਸੀ, ਹੁਣ ਨਿੱਕੀਆਂ ਪਿਆਲੀਆਂ ਆ ਗਈਆਂ। ਸਮਾਂ ਬਦਲ ਗਿਆ ਔਰ ਇਸ ਬਦਲਦੇ ਸਮੇਂ ਦੇ ਵਿੱਚ ਇਹ ਰਿਵਾਜ ਵੀ ਆਉਣੇ ਸੀ। ਇੱਥੋਂ ਤੱਕ ਕਿ ਹੁਣ ਤਾਂ ਹੋਰ ਵੀ ਸਿਸਟਮ ਆ ਕਿ ਬੰਦਾ ਪਾਣੀ ਵੱਖਰਾ ਗਰਮ ਕਰਦਾ, ਦੁੱਧ ਵੱਖਰਾ ਗਰਮ ਕਰਦਾ, ਖੰਡ ਜੀ ਘੋਲ ਕੇ ਲਿਆ ਕੇ ਤੇ ਅਗਲੇ ਪੁੜੀ ਜੀ ਫੜਾਉਂਦਾ ਕਿ ਲੈ ਭਾਈ ਡੋਬ ਲੈ ਇਹਨੂੰ ਦੇ ਗੋਤੇ।
ਨਾ ਇੰਨੀਆਂ ਮੱਥੇ ਤੇ ਤਿਉੜੀਆਂ ਕਾਹਨੂੰ ਪਾਈਆਂ ਨੇ? ਇਸ ਕਰਕੇ ਕਿ ਸਾਨੂੰ ਕੁਝ ਮਿਲ ਨਹੀਂ ਰਿਹਾ। ਕੀ ਚਾਹੁੰਦੇ ਆ? ਅਸੀਂ ਚਾਹੁੰਦੇ ਆ ਵੀ ਸਾਨੂੰ ਵੀ ਕੁਝ ਮਿਲੇ, ਕੋਈ ਫ੍ਰੀ ਫੰਡ ਦੇ ਵਿੱਚ ਹੀ। ਜਦੋਂ ਸਰਕਾਰਾਂ ਅੱਜ ਕੱਲ ਚੋਣ ਜ਼ਾਬਤੇ ਲੱਗਣ ਵਾਲੇ ਨੇ, ਬਹੁਤ ਕੁਝ ਵੰਡ ਬਣਾ ਰਹੀਆਂ ਨੇ, ਸਾਨੂੰ ਵੀ ਕੁਝ ਮਿਲੇ, ਅਸੀਂ ਵੀ ਕੁਝ ਗਰੀਬਾਂ ਦੇ ਬੱਚੇ ਪਨੀਰ ਵਾਲੇ ਪਕੌੜੇ ਖਾਣ। ਗਰੀਬਾਂ ਦੇ ਬੱਚਿਆਂ ਨੂੰ ਪਨੀਰ ਵਾਲੇ ਪਕੌੜੇ ਦੇ ਦਈਏ ਹੈ, ਆਪ ਅਸੀਂ ਕੁਝ ਖਾਈਏ ਨਾ ਤੇ ਆਪ ਤੁਸੀਂ ਥੋੜਾ ਜਿਹਾ ਗੁੱਸਾ ਹੀ ਖਾ ਜਾਓ। ਇਹ ਜਿਹੜੀ ਭਾਸ਼ਾ ਨੇ ਵੀ ਬਹੁਤ ਹੀ ਸੋਹਣੀ ਭਾਸ਼ਾ ਹੈ। ਲਹਿੰਦੇ ਪੰਜਾਬ ਦੇ ਵਿੱਚ ਭਾਸ਼ਾ ਵਰਤੀ ਜਾਂਦੀ ਹੈ, ਹਾਲੇ ਵੀ ਬਹੁਤ ਸਾਰੇ ਲੋਕ ਇੰਡੀਆ ਦੇ ਵਿੱਚ ਵੀ ਵਰਤਦੇ ਨੇ, ਤੇ ਇਹ ਪੰਜਾਬੀ ਦੀ ਜਿਹੜੀ ਵੱਖਰੀ ਹੀ ਮਿਠਾਸ ਹੈ ਨਾ। ਦੇਖੋ ਹਰ 25 ਕਿਲੋਮੀਟਰ ਤੇ ਜਦੋਂ ਆਪਾਂ ਪੰਜਾਬ ਦੇ ਵਿੱਚ ਵੀ ਜਾਂਦੇ ਹਾਂ, ਉੱਥੇ ਸਾਡੀਆਂ ਬੋਲੀਆਂ ਬਦਲ ਜਾਂਦੀਆਂ, ਠੀਕ ਹੈ ਨਾ। ਕਿੰਨੀਆਂ ਚੰਗੀਆਂ ਲੱਗਦੀਆਂ, ਸੋਹਣੀਆਂ ਲੱਗਦੀਆਂ। ਕੋਈ ਬਾਈ ਕਹਿੰਦਾ, ਕੋਈ ਭਾਈ ਕਹਿੰਦਾ, ਕੋਈ ਵੀਰ ਕਹਿੰਦਾ ਹੈ, ਕੋਈ ਭਾਊ ਕਹਿੰਦਾ। ਇਹ ਸਾਡੀਆਂ ਆਪਣੀਆਂ ਬੋਲੀਆਂ ਦੀ ਇੱਕ ਅਮੀਰੀ ਹੈ ਕਿ ਅਸੀਂ ਇੱਕੋ। ਦੇਖੋ ਅੰਗਰੇਜ਼ੀ ਦੇ ਵਿੱਚ ਤੁਸੀਂ ਬ੍ਰਦਰ ਹੀ ਕਹੋਗੇ, ਠੀਕ ਹੈ ਨਾ, ਹੋਰ ਤਾਂ ਨਹੀਂ ਉਸ ਤੋਂ ਅੱਗੇ ਕੁਝ ਵੀ। ਪਰ ਇੱਥੇ ਤੇ ਤੁਸੀਂ ਕਦੇ ਵੀਰਾ ਕਹਿ ਲਓ, ਭਾਈ ਕਹਿ ਲਓ, ਬਾਈ ਕਹਿ ਲਓ, ਭਾਊ ਕਹਿ ਲਓ, ਕਿੰਨੇ ਲਫ਼ਜ਼ ਨੇ ਸਾਡੇ ਕੋਲ। ਸਾਡੀ ਇਹ ਭਾਸ਼ਾ ਦੀ ਅਮੀਰੀ ਹੈ। ਔਰ ਸੱਚਮੁੱਚ ਇਹ ਗੱਲ ਇਹ ਹੈ ਕਿ ਆਪਣੇ ਜਦੋਂ ਤੁਸੀਂ ਜਜ਼ਬਾਤ ਕਿਸੇ ਦੇ ਨਾਲ ਸਾਂਝੇ ਕਰਨੇ ਹੋਣ, ਸਭ ਤੋਂ ਵੱਡਾ ਹਥਿਆਰ, ਸਭ ਤੋਂ ਵੱਡਾ ਕਾਰਗਰ ਜਿਹੜਾ ਮਾਧਿਅਮ ਹੈ, ਇਹ ਤੁਹਾਡੀ ਆਪਣੀ ਭਾਸ਼ਾ। ਔਰ ਇਹਦੇ ਵਿੱਚ ਹੀ ਤੁਸੀਂ ਜ਼ਿਆਦਾ ਤਰੱਕੀ ਵੀ ਕਰ ਸਕਦੇ ਹੋ। ਬਿਲਕੁਲ ਜੀ, ਔਰ ਇਸੇ ਦੇ ਨਾਲ ਹੀ ਤੁਸੀਂ ਦੂਜਿਆਂ ਦੇ ਨਾਲ ਜੋੜ ਲੈਂਦੇ ਹੋ। ਗੱਲ ਕਰੀਏ ਅਸੀਂ ਹੁਣ ਪੋਲਿਟਿਕਸ ਦੀ। ਕਰ ਲਓ ਜੀ, ਤੁਸੀਂ ਤਾਂ ਨਹੀਂ ਕੋਈ ਇਲੈਕਸ਼ਨ ਲੜ ਰਹੇ? ਨਹੀਂ, ਮੈਂ ਨਹੀਂ ਇਲੈਕਸ਼ਨ ਤੁਹਾਨੂੰ ਤਾਂ ਕੋਈ ਟਿਕਟ ਮਿਲ ਗਈ? ਨਹੀਂ ਨਹੀਂ ਨਹੀਂ। ਫਾਈਨ ਹੀ ਤਾਂ ਨਹੀਂ ਲੱਗ ਗਿਆ ਤੁਹਾਨੂੰ? ਓਹ ਮੈਨੂੰ ਫਾਈਨ, ਮੈਨੂੰ ਤੁਸੀਂ ਨਾ ਬਾਹਰ ਵਾਲੀ ਟਿਕਟ ਨਾ ਦਿਓ। ਅੱਛਾ, ਮੈਂ ਤੇ ਇਹ ਕਹਿਣਾ ਸੀਗਾ ਵੀ ਇਹ ਸਮਝ ਨਹੀਂ ਆ ਰਹੀ ਵੀ ਇੱਕਦਮ ਹਵਾ ਕਿੱਧਰ ਨੂੰ ਵਗ ਗਈ ਹੈ। ਮੰਨਿਆ ਕਿ ਕਿਸਾਨ ਜਿਹੜੇ ਕਾਨੂੰਨ ਨੇ, 3 ਖੇਤੀ ਕਾਨੂੰਨ ਨੇ, ਉਹ ਰੱਦ ਕਰਵਾ ਦਿੱਤੇ ਨੇ। ਇੱਕਦਮ ਇਹ ਬੀਜੇਪੀ ਕਿਵੇਂ ਦੁੱਧ ਧੋਤੀ ਹੋ ਗਈ ਕਿ ਫਤਿਹ ਜੰਗ ਸਿੰਘ ਬਾਜਵਾ ਤੇ ਬਲਵਿੰਦਰ ਲਾਡੀ ਤੇ ਹੋਰ ਵੀ ਕਈ ਕਾਂਗਰਸੀ ਚਿਹਰੇ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਦੇਖੋ ਗੱਲ ਇਹ ਹੈ ਕਿ ਇਹ ਜਿਹੜਾ ਫਤਿਹ ਜੰਗ ਸਿੰਘ ਬਾਜਵਾ ਦਾ ਫੈਸਲਾ ਹੈ, ਜੋ ਬਲਵਿੰਦਰ ਸਿੰਘ ਲਾਡੀ ਹੁਣਾਂ ਦਾ, ਜਿਹੜੇ ਸ਼੍ਰੀ ਹਰਗੋਬਿੰਦਪੁਰ ਤੋਂ ਜਿਹੜੇ ਕਿ ਐਮਐਲਏ ਨੇ ਜੀ, ਦੇਖੋ ਇਹਨਾਂ ਦਾ ਫੈਸਲਾ ਜਿਹੜਾ ਇਹ ਅਚਾਨਕ ਵਾਲਾ, ਲੋਕੀ ਦੰਗ ਰਹਿ ਗਏ ਕਿ ਐਡੇ ਜਿਹੜਾ ਫਤਿਹ ਜੰਗ ਸਿੰਘ ਬਾਜਵਾ ਕੱਲ ਤੱਕ ਤੇ ਸਿੱਧੂ ਇਹਨਾਂ ਦੀ ਰੈਲੀਆਂ ਕਰ ਰਹੇ ਸੀ, ਉਹਨਾਂ ਨੂੰ ਥਾਪੜੇ ਦੇ ਰਿਹਾ ਸੀ ਕਿ ਤੁਹਾਨੂੰ ਅਸੀਂ ਸੀਟ ਲੜਾਉਣੀ ਹੈ, ਤੁਸੀਂ ਟਿਕੇ ਰਹੋ ਇੱਥੇ, ਕਿਸੇ ਨੂੰ ਨਹੀਂ ਮੈਂ ਆਉਣ ਦਿੰਦਾ। ਹੌਸਲਾ ਅਫਜ਼ਾਈ ਹੋ ਰਹੀ ਸੀ, ਪਿੱਠ ਥਾਪੜੀ ਜਾ ਰਹੀ ਸੀ, ਪਰ ਅਚਾਨਕ ਬਿਨਾਂ ਕਿਸੇ ਨੂੰ ਦੱਸਿਆ ਪੁੱਛਿਆ ਉਹ ਮਾਰ ਗਏ ਛਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ। ਪਰ ਚਲੋ ਖੈਰ, ਹਰ ਇੱਕ ਦਾ ਆਪਣਾ ਹੱਕ ਆ, ਆਪਣਾ ਅਧਿਕਾਰ ਆ, ਆਪਣਾ ਮਨ ਆ ਕਿ ਜਿੱਥੇ ਜਿਹਦਾ ਮਨ ਆ ਉੱਥੇ ਜਾਈ ਜਾਵੇ। ਪਰ ਕਹਿਣ ਦਾ ਮਤਲਬ ਇਹ ਕਿ ਇਹਨੂੰ ਬਹੁਤਾ ਖੁਸ਼ੀ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਨੂੰ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਉਹ ਇਤਿਹਾਸ ਯਾਦ ਕਰਨਾ ਚਾਹੀਦਾ ਕਿ ਜੋ ਉਹਨਾਂ ਦੇ ਨਾਲ ਪੱਛਮੀ ਬੰਗਾਲ ਦੇ ਵਿੱਚ ਹੋਇਆ ਸੀ। ਪੱਛਮੀ ਬੰਗਾਲ ਦੀਆਂ ਜਦੋਂ ਚੋਣਾਂ ਸੀਗੀਆਂ, ਸਾਰੇ ਟੁੱਟ ਕੇ ਮਮਤਾ ਬੈਨਰਜੀ ਦੇ ਨਾਲੋਂ ਉਹ ਸਾਰੇ ਭਾਰਤੀ ਜਨਤਾ ਪਾਰਟੀ ਵੱਲ ਜਾ ਰਹੇ ਸੀ। ਸਾਰੇ ਇੰਜ ਲੱਗਦਾ ਸੀ ਕਿ ਇਹਨਾਂ ਦਾ ਕੁਨਬਾ ਹੋ ਗਿਆ ਵੱਡਾ, ਹੁਣ ਇਹ ਕੁਝ ਪਲਟਾ ਮਾਰ ਜਾਣਗੇ। ਲੋਕੀ ਵੀ ਕਹਿੰਦੇ ਸੀ ਕਿ ਇੰਨੀਆਂ ਰੈਲੀਆਂ ਕਿਸੇ ਸੂਬੇ ਦੇ ਵਿੱਚ, ਸਿਆਸੀ ਮਾਹਰ ਕਹਿੰਦੇ ਸੀਗੇ ਕਿ ਇੱਕ ਸੂਬੇ ਦੇ ਵਿੱਚ ਇੰਨੀਆਂ ਵੱਡੀਆਂ ਸਿਆਸੀ ਰੈਲੀਆਂ, ਉਹ ਵੀ ਕੇਂਦਰੀ ਮੰਤਰੀਆਂ ਵੱਲੋਂ, ਉਹ ਤਾਂ ਹੀ ਕਰਦੇ ਹੁੰਦੇ ਆ ਕਿ ਜਦੋਂ ਉਹਨਾਂ ਨੂੰ ਆਪਣੀ ਜਿੱਤ ਦਿਖਾਈ ਦਿੰਦੀ ਹੋਵੇ। ਪਰ ਲਿਖਿਆ ਕੁਝ ਹੋਰ ਸੀ, ਵੋਟਰਾਂ ਦੇ ਮਨ ਹੀ ਨਹੀਂ ਪੜ ਸਕਿਆ ਕੋਈ ਵੀ। ਜਦੋਂ ਨਤੀਜੇ ਆਉਂਦੇ ਨੇ ਫਿਰ ਪਲਟਾ ਵੱਜ ਜਾਂਦਾ ਜੀ, ਸਾਰੇ ਪੁੱਠੇ ਪੈਰੀ ਜਿੰਨੇ ਵੀ ਗਏ ਸੀਗੇ ਉਹ ਸਾਰੇ ਵਾਪਸ ਆ ਗਏ। ਇੱਥੋਂ ਤੱਕ ਕਿ ਹੁਣ ਕੱਲ ਪਰਸੋਂ ਦੀ ਗੱਲ ਆ ਕਿ ਜਿਹੜਾ ਉਹਨਾਂ ਦਾ ਆਫੀਸ਼ੀਅਲੀ ਇੱਕ ਵਿਧਾਇਕਾਂ ਦਾ ਇੱਕ WhatsApp ਗਰੁੱਪ ਬਣਿਆ ਹੋਇਆ ਸੀ, ਉਹਦੇ ਵਿੱਚੋਂ 5 ਵਿਧਾਇਕ ਹੋਰ ਜਿਹੜੇ ਆ ਉਹ ਲੈਫਟ ਕਰ ਗਏ। ਅੱਛਾ, ਹੁਣ ਕਹਿਣ ਦਾ ਮਤਲਬ ਉਹਨਾਂ ਦਾ ਮਨ ਕੌਣ ਸਮਝੇ ਕਿ ਉਹ ਕਿੱਧਰ ਲੈਫਟ ਹੋ ਰਿਹਾ, ਕਿੱਧਰ ਰਾਈਟ ਹੋ ਰਿਹਾ। ਹੁਣ ਇਹ ਜਿਹੜੀਆਂ ਚੀਜ਼ਾਂ ਨੇ, ਹੁਣ ਫਤਿਹ ਜੰਗ ਸਿੰਘ ਬਾਜਵਾ ਹੁਣੀ ਜੇਕਰ ਉਧਰ ਚਲੇ ਗਏ ਨੇ, ਹੋ ਸਕਦਾ ਉਹਨਾਂ ਨੂੰ ਕੋਈ ਟਿਕਟ ਦਾ ਵੀ ਵਾਅਦਾ ਕੀਤਾ ਗਿਆ ਹੋਵੇ, ਮਿਲ ਵੀ ਜਾਊਗੀ ਟਿਕਟ। ਪਰ ਕਹਿਣ ਦਾ ਮਤਲਬ ਇਹ ਹੈ ਕਿ ਟਿਕਟ ਮਿਲਣ ਦੇ ਨਾਲ ਉਹਨਾਂ ਦੀ ਜਿੱਤ ਜਿਹੜੀ ਆ ਉਹ ਯਕੀਨੀ ਹੈ। ਜੋਗੀ ਜੀ, ਇੱਕ ਪਾਸੇ ਕਾਂਗਰਸ ਜਿਹੜੀ ਹੈ ਪੰਜਾਬ ਦੇ ਵਿੱਚ ਪੂਰੀ ਮੁਸਤੈਦੀ ਦੇ ਨਾਲ ਲੱਗੀ ਹੋਈ ਹੈ, ਔਰ ਕਾਂਗਰਸ ਜਿਹੜੀ ਹੈ ਹੁਣ ਸਰਵੇ ਦੇ ਆਧਾਰ ਤੇ ਟਿਕਟਾਂ ਦੀ ਵੰਡ ਕਰ ਰਹੀ ਹੈ। ਭਾਵੇਂ ਸਿੱਧੂ ਸਾਹਿਬ ਜਾਂਦੇ ਨੇ ਕਿਸੇ ਵੀ ਰੈਲੀ ਦੇ ਵਿੱਚ, ਕਿਸੇ ਨੂੰ ਵੀ ਥਾਪੜਾ ਦੇ ਜਾਂਦੇ ਨੇ, ਖੁਦ ਹੀ ਅਨਾਉਂਸ ਕਰੀ ਜਾ ਰਹੇ ਨੇ, ਪਰ ਅੰਦਰ ਖਾਤੇ ਜਿਹੜੀ ਹਾਈ ਕਮਾਨ ਹੈ ਉਹ ਸਰਵੇ ਕਰਵਾ ਰਹੀ ਹੈ। ਜੀ ਦੇਖੋ, ਹਾਈ ਕਮਾਨ ਸਰਵੇ ਕਰਵਾ ਰਹੀ ਹੈ ਜੀ, ਬਹੁਤ ਵੱਡੇ ਪੱਧਰ ਤੇ ਉਹਨਾਂ ਦੇ ਜਿਹੜੇ ਕਿ ਉਹਨਾਂ ਨੇ ਅਰਜ਼ੀਆਂ ਵੀ ਮੰਗ ਲਈਆਂ ਕਿ ਸਾਨੂੰ ਤੁਸੀਂ ਅਰਜ਼ੀਆਂ ਦਿਓ। ਟਿਕਟ ਦੇ ਚਾਹਵਾਨ ਜਿਹੜੇ ਹੈਗੇ ਅਰਜ਼ੀਆਂ ਵੀ ਦੇ ਰਹੇ, ਪਰ ਇੱਥੇ ਸਰਵੇ ਤੇ ਅਰਜ਼ੀਆਂ ਇਹ ਦੋਨੋਂ ਹੀ ਬੇਮਾਇਨੇ ਨੇ। ਕਿਉਂਕਿ ਜਦੋਂ ਅਸੀਂ ਗੱਲ ਕਰੀਏ ਕਿ ਟਿਕਟਾਂ ਜਿਹੜੀਆਂ ਖੜੇ ਪੈਰ ਕਈ ਵਾਰ ਉਹਨਾਂ ਲੋਕਾਂ ਨੂੰ ਵੀ ਦੇ ਦਿੱਤੀਆਂ ਜਾਂਦੀਆਂ ਨੇ ਕਿ ਜਿਹੜੇ ਦੂਸਰੀ ਪਾਰਟੀ ਦੇ ਵਿੱਚੋਂ ਆਏ ਹੁੰਦੇ ਨੇ। ਸਰਵੇ ਉੱਥੇ ਫਲॉप ਹੋ ਗਏ ਤੁਹਾਡੇ, ਉੱਥੇ ਤੁਹਾਡੀਆਂ ਅਰਜ਼ੀਆਂ ਕਿੱਥੇ ਚਲੀਆਂ ਗਈਆਂ। ਪਿਛਲੀ ਵਾਰ ਕਾਂਗਰਸ ਪਾਰਟੀ ਨੇ ਕਈ ਟਿਕਟਾਂ ਅਜਿਹੀਆਂ ਵੀ ਦਿੱਤੀਆਂ ਸੀ ਕਿ ਜਿਨ੍ਹਾਂ ਦੇ ਵਿੱਚ ਅਰਜ਼ੀਆਂ ਨਹੀਂ ਸੀ ਲਈਆਂ ਗਈਆਂ।
ਪਰ ਉਹਨਾਂ ਨੂੰ ਟਿਕਟਾਂ ਮਿਲੀਆਂ ਸੀ ਔਰ ਟਿਕਟਾਂ ਲੈ ਕੇ ਉਹ ਆਗੂ ਜਿਹੜੇ ਸੀ ਉਹ ਵਿਧਾਇਕ ਵੀ ਬਣੇ ਸੀਗੇ ਜੀ। ਹੁਣ ਇਸੇ ਤਰ੍ਹਾਂ ਹੀ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਕੋਲੋਂ ਅਰਜ਼ੀਆਂ ਵੀ ਲੈ ਰਹੇ ਆ, ਸਰਵੇ ਵੀ ਕਰਵਾ ਰਹੇ ਆ, ਪਰ ਕਿੰਨੇ ਕੁ ਸਰਵੇ ਵਾਲਿਆਂ ਨੂੰ ਟਿਕਟਾਂ ਮਿਲਣਗੀਆਂ ਜੀ। ਕਿੰਨੇ ਕੁ ਲੋਕ ਅਜਿਹੇ ਹੋਣਗੇ ਕਿ ਜਿਨ੍ਹਾਂ ਨੇ ਅਰਜ਼ੀਆਂ ਅਪਲਾਈ ਕੀਤੀਆਂ ਔਰ ਉਹਨਾਂ ਨੂੰ ਟਿਕਟਾਂ ਮਿਲ ਜਾਣਗੀਆਂ ਔਰ ਬਿਲਕੁਲ ਉਹ ਫਰੈਸ਼ ਚਿਹਰੇ ਹੋਣਗੇ। ਬਹੁਤ ਸਾਰੇ ਐਸੇ ਕਾਬਲ ਨੌਜਵਾਨ ਵੀ ਹੋਣਗੇ ਜਿਨ੍ਹਾਂ ਨੇ ਟਿਕਟਾਂ ਦੀ ਮੰਗ ਕੀਤੀ ਹੋਗੀ, ਪਰ ਸਾਰਿਆਂ ਨੂੰ ਟਿਕਟਾਂ ਨਹੀਂ ਮਿਲਣੀਆਂ। ਟਿਕਟਾਂ ਫਿਰ ਉਹੀ ਆਪਣੇ ਚਹੇਤੇ, ਆਪਣੇ ਨੇੜੇ। ਇਹ ਸਰਵੇ ਦੇ ਨਾਲੋਂ ਨਾ ਨੇੜਤਾ ਜ਼ਿਆਦਾ ਮਾਇਨੇ ਰੱਖਦੀ ਹੈ, ਚਾਪਲੂਸੀ ਜ਼ਿਆਦਾ ਮਾਇਨੇ ਰੱਖਦੀ ਹੈ। ਕੌਣ ਸੋਨੀਆ ਗਾਂਧੀ ਦੇ ਨੇੜੇ ਹੈ, ਕੌਣ ਰਾਹੁਲ ਦੇ ਨੇੜੇ ਹੈ, ਕੌਣ ਨਵਜੋਤ ਸਿੰਘ ਸਿੱਧੂ ਦੇ ਨੇੜੇ ਹੈ, ਕੌਣ ਬਾਕੀ ਦੂਸਰਿਆਂ ਦੇ ਨੇੜੇ ਹੈ। ਇਹ ਟਿਕਟਾਂ ਦੀ ਵੰਡ ਦਾ ਆਧਾਰ ਤਾਂ ਅਸਲ ਵਿੱਚ ਇਹਨਾਂ ਨੇ ਇਹ ਬਣਾ ਲਿਆ। ਹੁਣ ਇੱਥੇ ਨਾਲ ਹੀ ਲੱਗਦੇ ਹੱਥ ਆਪਾਂ ਗੱਲ ਕਰ ਲਈਏ, ਇਹੀ ਆਧਾਰ ਆਮ ਆਦਮੀ ਪਾਰਟੀ ਨੇ ਵੀ ਬਣਾਇਆ ਹੋਇਆ। ਆਮ ਆਦਮੀ ਪਾਰਟੀ ਅੱਜ ਚਿਹਰਾ ਚੰਗਾ ਨਹੀਂ ਤਲਾਸ਼ ਰਹੀ ਜੀ। ਮੈਂ ਮਾਫੀ ਚਾਹੁੰਦਾ ਕਿ ਉਹ ਚਿਹਰਾ ਚੰਗਾ ਨਹੀਂ ਤਲਾਸ਼ ਰਹੀ, ਉਹ ਸਿਰਫ ਜਿੱਤਣ ਵਾਲਾ ਬੰਦਾ ਤਲਾਸ਼ ਰਹੀ। ਚਮਕੌਰ ਸਾਹਿਬ ਦੇ ਵਿੱਚ ਉਹਨਾਂ ਨੇ ਵੀ ਡਾਕਟਰ ਚਰਨਜੀਤ ਨੂੰ ਖੜਾ ਕਰ ਦਿੱਤਾ ਹੈ ਸਿਰਫ ਭੁਲੇਖਾ ਪਾਉਣ ਦੇ ਲਈ ਜੀ। ਔਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕੁਲਵੰਤ ਸਿੰਘ ਹੁਣੀ ਤਾਜ਼ੇ ਆਏ ਸੀ, ਉਹਨਾਂ ਨੂੰ ਵੀ ਟਿਕਟ ਦਿੱਤੀ। ਇਹ ਬੜਾ ਅਨੋਖੀ ਗੱਲ ਹੈ ਵੀ ਆਮ ਆਦਮੀ ਪਾਰਟੀ ਦੇ ਵਿੱਚ ਸਫਲਤਾ ਪਾਉਣੀ ਮਿੰਟਾਂ ਦਾ ਕੰਮ ਹੈ। ਹਾਂ, ਤੁਸੀਂ ਜਾਓ ਜਾਂਦੇ ਨੂੰ ਟਿਕਟ ਜਲੰਧਰ ਤੋਂ ਇੱਕ ਸ਼ੀਤਲ ਅੰਗਰਾਲ ਹੈਗੇ ਆ, ਉਹ ਕੱਲ ਸ਼ਾਮਿਲ ਹੁੰਦੇ ਨੇ, ਅੱਜ ਉਹਨਾਂ ਦੀ ਟਿਕਟ ਅਨਾਉਂਸ ਹੋ ਜਾਂਦੀ ਹੈ। ਤੇ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਵਰਕਰ ਦਾ ਮਨੋਬਲ ਕਿੱਥੋਂ ਉੱਪਰ ਚੱਕਣਗੀਆਂ। ਜਿਹੜੇ ਵਰਕਰ ਵਿਚਾਰੇ ਇੰਨੀ ਦੇਰ ਲੱਗੇ ਰਹੇ ਉਹ ਕਿੱਥੇ ਜਾਣਗੇ। ਇਹ ਜਿਹੜੀਆਂ ਸਿਆਸੀ ਪਾਰਟੀਆਂ ਦੀ ਇਹ ਪਾਲਿਸੀ ਹੈ ਨਾ ਜਿਹੜੀ, ਇਹ ਵਰਕਰਾਂ ਦਾ ਮਨੋਬਲ ਤੋੜਦੀ ਹੈ ਔਰ ਇਹਦੇ ਨਾਲ ਹੀ ਹਾਲਾਤ ਜਿਹੜੇ ਆ ਉਹ ਬਦਲ ਜਾਂਦੇ ਆ, ਨਤੀਜੇ ਜਿਹੜੇ ਆ ਬਦਲ ਜਾਂਦੇ ਆ ਔਰ ਪਾਰਟੀਆਂ ਕਈ ਵਾਰ ਉੱਪਰ ਉੱਠੀਆਂ ਕਈ ਵਾਰ ਮੂੰਹ ਵੀ ਡਿੱਗਦੀਆਂ ਦਿਖਾਈ ਦਿੰਦੀਆਂ ਨੇ। ਮੂੰਹ ਮੂੰਹ ਪਾਰਟੀ ਨਹੀਂ ਡਿੱਗਦੀ, ਇਹਨਾਂ ਦੇ ਝੰਡੇ ਤੱਕ ਡਿੱਗਦੇ ਨੇ। ਇੱਕ ਵੀਡੀਓ ਵਾਇਰਲ ਹੋਈ ਹੈ, ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਜਿਹੜੇ ਨੇ ਉਹ ਝੰਡਾ ਲਹਿਰਾ ਰਹੇ ਨੇ ਪਾਰਟੀ ਦਾ, ਤੇ ਉਹ ਡੋਰੀ ਖਿੱਚਦੇ ਨੇ ਤੇ ਝੰਡਾ ਥੱਲੇ ਡਿੱਗ ਜਾਂਦਾ ਹੈ। ਦੇਖੋ ਗੱਲ ਇਹ ਕਿ ਇਹਦਾ ਪਾਰਟੀ ਦਾ ਝੰਡਾ ਹੈ ਕਿ ਉਹ ਲਹਿਰਾਉਣ ਲੱਗੇ ਥੱਲੇ ਡਿੱਗ ਪਿਆ। ਉਹ ਆਪਣਾ ਸਥਾਪਨਾ ਦਿਵਸ ਮਨਾ ਰਹੇ ਸੀ ਔਰ ਉਹਦੇ ਵਿੱਚ ਉਹਨਾਂ ਨੇ ਬਹੁਤ ਫਿਰ ਬੁਰਾ ਵੀ ਮਨਾਇਆ ਤੇ ਅਗਾਂਹ ਤੋਂ ਤਾੜਨਾ ਵੀ ਕਰਕੇ ਗਏ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਮੰਨ ਲਈ ਗੱਲ, ਚਲੋ ਪਾਰਟੀ ਦੇ ਵਿੱਚ ਚਲੋ ਅਣਗਹਿਲੀਆਂ ਹੋ ਗਈਆਂ, ਪਰ ਇੱਥੇ ਤੇ ਕੌਮੀ ਦਿਹਾੜੇ ਮਨਾਉਂਦੇ ਆ ਤੁਸੀਂ ਤਿਰੰਗੇ ਝੰਡੇ ਨੂੰ ਪੁੱਠਾ ਲਹਿਰਾ ਦਿੰਦੇ ਹੋ। ਉਸ ਵੇਲੇ ਹੁਣ ਕਿਹਨੂੰ ਕਵੇ ਤੇ ਕੀ ਕਵੇ। ਇੱਥੇ ਗਲਤੀਆਂ ਵੱਡੀਆਂ ਤੋਂ ਵੱਡੀਆਂ ਹੁੰਦੀਆਂ ਰਹਿਣੀਆਂ ਤੇ ਹੁੰਦੀਆਂ ਵੀ ਆਈਆਂ। ਬਿਲਕੁਲ ਜੀ, ਗਲਤੀਆਂ ਹੋਣੀਆਂ ਫਿਰ ਗੱਲਾਂ। ਇਹਨਾਂ ਸਾਰੀਆਂ ਦਾ ਜ਼ਿਕਰ ਹੋਏਗਾ ਬ੍ਰੇਕ ਤੋਂ ਬਾਅਦ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੁਹਾਡਾ ਸਾਰਿਆਂ ਦਾ ਖੈਰ ਮਕਦਮ ਸਵਾਗਤਮ, ਜੀ ਆਇਆਂ ਨੂੰ, ਵੈਲਕਮ। ਪੰਜਾਬੀ ਸੱਥ ਦੇ ਵਿੱਚ ਤੁਹਾਡਾ ਸਾਥ ਬਣਿਆ ਹੋਇਆ ਜੀ ਚਰਨਜੀਤ ਜੋਗੀ ਤੇ ਰਮਣੀਕ ਕੌਰ ਦੇ ਨਾਲ। ਜੋਗੀ ਜੀ, ਕਰੋਨਾ ਦੇ ਬਾਰੇ ਫਿਰ ਤੋਂ ਹੀ ਪੰਬਲ ਪੂਸੇ ਬਰਕਰਾਰ ਨੇ ਜੀ। ਇੱਕ ਪਾਸੇ ਦਾ ਚੋਣ ਆਯੋਗ ਜਿਹੜਾ ਹੈ ਉਹ ਇਹ ਗੱਲ ਕਹਿੰਦਾ ਹੈ ਕਿ ਨਹੀਂ ਜੀ, ਇਹ 5 ਰਾਜਾਂ ਦੇ ਵਿੱਚ ਵੋਟਾਂ ਤਾਂ ਹੋਣੀਆਂ ਜੋ ਮਰਜ਼ੀ ਕਰ ਲਓ ਜੀ। ਦੂਜੇ ਪਾਸੇ ਪੀਐਮ ਮੋਦੀ ਸਾਹਿਬ ਜਿਹੜੇ ਨੇ ਉਹ ਬੜੇ ਚਿੰਤਤ ਨੇ ਓਮੀਕਰੋਨ ਨੂੰ ਲੈ ਕੇ, ਕਿਉਂਕਿ ਓਮੀਕਰੋਨ ਦੇਸ਼ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਪਾਬੰਦੀਆਂ ਜਾਣੀਆਂ ਨਵੇਂ ਸਾਲ ਤੇ ਵੀ। ਉਧਰ ਪੰਜਾਬ ਸਰਕਾਰ ਨੇ ਵੀ ਕਹਿ ਦਿੱਤਾ ਹੈ ਕਿ ਜਦ ਤੱਕ ਡਬਲ ਡੋਜ਼ ਨਹੀਂ ਲੱਗਦੀ ਤਦ ਤੱਕ ਤੁਹਾਡੀ ਕਿਸੇ ਵੀ ਪਬਲਿਕ ਪਲੇਸ ਤੇ ਐਂਟਰੀ ਨਹੀਂ ਹੋਵੇਗੀ, ਭਾਵੇਂ ਉਹ ਸਬਜ਼ੀ ਮੰਡੀ ਹੈ, ਭਾਵੇਂ ਉਹ ਮਾਲ ਹੈ, ਕੁਝ ਵੀ ਹੈ। ਲੇਕਿਨ ਇੱਕ ਗੱਲ ਇਹ ਵੀ ਕਹਿੰਦੀ ਹੈ, ਇੱਕ ਸਰਵੇ ਇਹ ਵੀ ਗੱਲ ਕਹਿੰਦਾ ਹੈ ਕਿ ਹੁਣ ਰੈਲੀਆਂ ਹੋਣ ਵਾਲੀਆਂ ਨੇ, ਕਿਉਂਕਿ ਹੁਣ ਸਮਾਂ ਹੈ ਚੋਣਾਂ ਦਾ। ਰੈਲੀਆਂ ਦੇ ਵਿੱਚ ਕੋਈ ਸਵਾਲ ਨਾ ਚੱਕਿਆ ਜਾਵੇ, ਇਸ ਕਰਕੇ ਟੈਸਟਿੰਗ ਘਟਾ ਦਿੱਤੀ ਗਈ ਹੈ। ਜਿੱਥੇ ਰੋਜ਼ 30,000 ਦੇ ਕਰੀਬ ਕਰੋਨਾ ਦੇ ਟੈਸਟ ਹੁੰਦੇ ਸੀ, ਉੱਥੇ ਸਿਰਫ 10,000 ਹੋ ਰਹੇ ਨੇ। ਬਿਲਕੁਲ ਜੀ, ਬਹੁਤ ਸਾਰੇ ਇਕੱਠੇ ਹੀ ਤੁਸੀਂ ਜਿਹੜੇ ਮਸਲੇ ਜਿਹੜੇ ਆ ਇੱਥੇ ਲੈ ਕੇ ਆਏ। ਆਪਾਂ ਪੰਜਾਬੀ ਸੱਥ ਦੇ ਵਿੱਚ ਆਹੀ ਤਾਂ ਵਿਚਾਰਦੇ ਹਾਂ, ਚੁਗਲੀਆਂ ਤਾਂ ਕਰਦੇ ਆਪਾਂ ਇੱਕ ਦੂਸਰੇ ਦੀਆਂ। ਹੁਣ ਦੇਖੋ, ਸਭ ਤੋਂ ਵੱਡੀ ਗੱਲ ਪਹਿਲੀ ਜਿਹੜੀ ਇਹ ਹੈਗੀ ਆ ਕਿ ਤੁਸੀਂ ਜਿੱਦਾਂ ਹੁਣ ਕਿਹਾ ਕਿ ਇਹ ਜਿਹੜਾ ਹੁਣ ਚੋਣ ਕਮਿਸ਼ਨ ਨੇ ਇਹ ਕਹਿਤਾ ਹੈ ਕਿ ਹੁਣ ਜਿਹੜੀਆਂ ਚੋਣਾਂ ਆ ਉਹਨਾਂ ਦੇ ਮੱਦੇ ਨਜ਼ਰ ਵੱਡੀਆਂ ਰੈਲੀਆਂ ਜਿਹੜੀਆਂ ਉਹ ਤੁਸੀਂ ਘੱਟ ਕਰੋ, ਪਰ ਚੋਣਾਂ ਜ਼ਰੂਰ ਹੋਣਗੀਆਂ ਜੀ। ਦੇਖੋ ਉਹਦੇ ਵਿੱਚ ਗੱਲ ਵੀ ਚੰਗੀ ਆ। ਹੁਣ ਲੋਕਾਂ ਦੇ ਖਰਚੇ ਬਹੁਤ ਹੋਏ ਵਾ, ਕੈਂਡੀਡੇਟਸ ਦੇ ਵੀ, ਸਰਕਾਰਾਂ ਦੇ ਵੀ। ਸਰਕਾਰੀ ਮਸ਼ੀਨਰੀ ਵੀ ਬਹੁਤ ਖਰਚਾ ਕਰ ਚੁੱਕੀ ਹੈ ਔਰ ਜੇਕਰ ਅਸੀਂ ਦੇਖੀਏ ਕਿ ਆਮ ਲੋਕ ਜਿਹੜੇ ਟਿਕਟ ਦੇ ਚਾਹਵਾਨ ਨੇ ਜਾਂ ਜਿਨ੍ਹਾਂ ਨੂੰ ਟਿਕਟਾਂ ਮਿਲ ਗਈਆਂ ਨੇ ਉਹਨਾਂ ਨੇ ਵੀ ਖਰਚੇ ਬਹੁਤ ਕਰ ਲਿਆ। ਹੁਣ ਜੇਕਰ ਚੋਣ ਕਮਿਸ਼ਨ ਅੱਜ ਇਹ ਕਹਿ ਦਿੰਦਾ ਕਿ ਭਾਈ ਆਪਾਂ ਵੋਟਾਂ ਕੈਂਸਲ ਕਰ ਦਈਏ ਜਾਂ ਅੱਗੇ ਲੈ ਜਾਈਏ, ਇਹੀ ਖਰਚੇ ਫਿਰ ਦੁਬਾਰਾ ਹੋਣੇ ਸੀ ਔਰ ਉਹਨਾਂ ਨੂੰ ਦੁੱਗਣਾ ਚੌਗਣਾ ਖਰਚਾ ਪੈ ਜਾਣਾ ਸੀ ਕਿ ਜਿਹੜੇ ਅੱਜ ਲੱਗੇ ਹੋਏ ਨੇ ਹੁਣ ਉਹਨਾਂ ਨੇ ਹਟ ਤਾਂ ਜਾਣਾ ਨਹੀਂ। ਜਦ ਤੱਕ ਵੋਟਾਂ ਨਹੀਂ ਹੋਣੀਆਂ ਸੀ ਤਦ ਤੱਕ ਉਹਨਾਂ ਨੂੰ ਖਰਚੇ ਦੁਬਾਰਾ ਕੰਟੀਨਿਊ ਕਰਨੇ ਪੈਣੇ ਸੀ। ਉਸ ਤੋਂ ਬਾਅਦ
ਸਿਹਤ ਮੰਤਰਾਲੇ ਦੇ ਨਾਲ ਇੱਕ ਬੈਠਕ ਕੀਤੀ ਹੈ ਚੋਣ ਕਮਿਸ਼ਨ ਨੇ ਜੀ। ਉਹਦੇ ਵਿੱਚ ਜਾਇਜ਼ਾ ਲਿਆ ਗਿਆ ਕਿ ਕੀ ਆਪਾਂ ਇਹਨਾਂ ਨੂੰ ਰੋਕ ਸਕਦੇ ਹਾਂ ਜਾਂ ਟਾਲ ਸਕਦੇ ਹਾਂ। ਸਿਹਤ ਮਹਿਕਮੇ ਵੱਲੋਂ ਹਰੀ ਝੰਡੀ ਹੋਣ ਦੇ ਨਾਲ ਚੋਣ ਕਮਿਸ਼ਨ ਕਹਿੰਦਾ ਕਿ ਵੋਟਾਂ ਜਿਹੜੀਆਂ ਇਹ ਟਾਲੀਆਂ ਨਹੀਂ ਜਾਣਗੀਆਂ। 5 ਸੂਬਿਆਂ ਦੇ ਵਿੱਚ, ਇਹਨਾਂ ਰਾਜਾਂ ਦੇ ਵਿੱਚ ਇਲੈਕਸ਼ਨ ਹੋਏਗੀ। ਹੁਣ ਦੇਖੋ ਗੱਲ ਇਹ ਕਿ ਵੱਡੀਆਂ ਰੈਲੀਆਂ ਜਦੋਂ ਕਰੋਨਾ ਸਿਖਰਾਂ ਤੇ ਸੀਗਾ ਉਦੋਂ ਵੀ ਤੇ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋਈਆਂ ਜੀ। ਉਸ ਤੋਂ ਬਾਅਦ ਸਾਰਾ ਚੁੱਪ-ਚਾਂ ਹੋ ਗਏ, ਸ਼ਾਂਤੀ ਹੋ ਗਈ, ਕਿਤੇ ਕਰੋਨਾ ਨਹੀਂ ਲੱਭਿਆ। ਨਾਲੇ ਕਰੋਨਾ ਤੇ ਐਡਾ ਸਾਊ ਆ, ਐਡਾ ਭੋਲਾ ਆ, ਐਡਾ ਮਾਂ ਨੇ ਬੀਬਾ ਪੁੱਤ ਜੰਮਿਆ। ਚੀਨ ਵਾਲਿਆਂ ਦੀ ਸਿਫਤ ਕਰਨੀ ਚਾਹੀਦੀ ਹੈ ਕਿ ਉਹ ਵਿਚਾਰਾ ਇਦਾਂ ਦੇ ਭੰਬਲ ਭੂਸਿਆਂ 'ਚ ਨਹੀਂ ਆਉਂਦਾ। ਅੱਛਾ। ਨਾ ਜਿੱਥੇ ਹੋਵੇ ਚੋਣਾ ਉਹ ਕਹਿੰਦਾ ਮੈਂ ਇੱਥੋਂ ਕੀ ਲੈਣਾ, ਉੱਥੇ ਵਿਚਾਰਾ ਟਿਕਦਾ ਹੀ ਨਹੀਂ, ਰਹਿੰਦਾ ਹੀ ਨਹੀਂ। ਹਾਂ, ਇਸ ਕਰਕੇ 5 ਰਾਜਾਂ ਦੀ ਬਜਾਏ ਜੇਕਰ ਇਹ ਸਾਰਿਆਂ ਦੇ ਵਿੱਚ ਕਰਵਾ ਦੇਣ, ਮੈਂ ਕਿਹਾ ਜੀ ਕਰੋਨਾ ਤੇ ਦੌੜ ਜੂ। ਕਰੋਨਾ ਦਾ ਸਾਹ ਘੁੱਟਦਾ, ਜਿੱਦਾਂ ਕਿਸੇ ਲੀਡਰ ਨੂੰ ਟਿਕਟ ਨਹੀਂ ਨਾ ਮਿਲਣੀ ਉਹਦਾ ਆਪਣੀ ਪਾਰਟੀ ਦੇ ਸਾਹ ਘੁੱਟਣ ਲੱਗ ਪੈਂਦਾ, ਇਦਾਂ ਹੀ ਜਿੱਥੇ ਹੁਣ ਵੋਟਾਂ ਉੱਥੇ ਕਰੋਨਾ ਦਾ ਸਾਹ ਘੁੱਟ ਹੋਣ ਲੱਗ ਪੈਂਦਾ। ਕਰੋਨਾ ਉੱਥੇ ਹੁੰਦਾ ਹੀ ਨਹੀਂ। ਸਾਡੇ ਭਾਰਤ ਦੇ ਵਿੱਚ ਨਾ ਵਾਕਈ ਸਿਹਤ ਦੇ ਮਾਮਲੇ ਦੇ ਵਿੱਚ ਅਸੀਂ ਬੜੇ ਫਾਟੀ ਹਾਂ ਜੀ। ਔਰ ਇਸੇ ਕਰਕੇ ਆ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਹੁਣ ਸਿਹਤ ਮਹਿਕਮੇ ਨੇ ਜਿਹੜੀ ਟੈਸਟਿੰਗ ਜਿਹੜੀ ਆ ਉਹ ਕਿੰਨੀ ਘਟਾਤੀ ਆ, ਦੇਖੋ ਉਹ ਇਸੇ ਕਰਕੇ। ਹੁਣ ਦੇਖੋ ਜਦੋਂ ਅਸੀਂ ਕਿਸੇ ਨੂੰ ਕੋਈ ਟੈਸਟ ਕਰਦੇ ਆ, ਅੱਜ ਕੱਲ ਨਲੀ ਚੋਚੋ ਤਾਂ ਸਾਰੇ ਹੀ ਆ, ਹਨਾ। ਇਹ ਜ਼ੁਕਾਮ ਜਿਹੜਾ ਇਹ ਕੋਈ ਨਵਾਂ ਤੇ ਆਇਆ ਨਹੀਂ, ਪਰ ਕਹਿਣ ਦਾ ਮਤਲਬ ਇਹ ਹੈ ਕਿ ਠੰਡ ਦੇ ਕਰਕੇ ਇਹ ਜ਼ਿਆਦਾ ਵੱਧ ਗਈਆਂ ਲੋਕਾਂ ਨੂੰ ਬਿਮਾਰੀਆਂ। ਔਰ ਜਿਹਨੂੰ ਟੈਸਟ ਕਰਦੇ ਆ ਉਹਨੂੰ ਕਹਿੰਦੇ ਤੁਹਾਨੂੰ ਕਰੋਨਾ ਆ। ਠੀਕ ਹੈ ਗੱਲ ਹੈ, ਜਿਹੜਾ ਟੈਸਟ ਹੋਣਾ ਚਾਹੀਦਾ ਉਹ ਵਧੀਆ ਹੋਣਾ ਚਾਹੀਦਾ ਔਰ ਉਹਦੇ ਰਿਜ਼ਲਟ ਜਿਹੜੇ ਆ ਉਹ ਸਹੀ ਚੁਸਤ ਤੇ ਦਰੁਸਤ ਹੋਣੇ ਚਾਹੀਦੇ ਨੇ। ਪਰ ਇੱਥੇ ਕਮਜ਼ੋਰੀ ਇਹ ਹੈ, ਇੱਕ ਲੈਬ ਤੁਹਾਨੂੰ ਨੈਗੇਟਿਵ ਦੱਸਦੀ ਹੈ, ਦੂਸਰੀ ਪੋਜ਼ਿਟਿਵ ਦੱਸਦੀ ਹੈ। ਉਹੀ ਪੋਜ਼ਿਟਿਵ ਜਦੋਂ ਦੂਸਰੀ ਲੈਬ ਤੇ ਜਾਂਦਾ ਉਹ ਫਿਰ ਨੈਗੇਟਿਵ ਆ ਜਾਂਦਾ। ਕੀ ਗੋਲ ਮਾਲ ਹੈ ਇੱਕ ਭਾਈ ਇਹ ਗੜਬੜ ਘੁਟਾਲਾ ਕੀ ਹੈ? ਸਾਨੂੰ ਇੱਥੇ ਸਿਹਤ ਮਹਿਕਮੇ ਨੂੰ ਚੁਸਤ ਦਰੁਸਤ ਕਰਨਾ ਪਏਗਾ। ਅੱਜ ਵੋਟਾਂ ਨੇ, ਸਰਕਾਰ ਨੇ ਕਹਿਤਾ ਕਿ ਭਾਈ ਇਹਨਾਂ ਨੂੰ ਘਟਾ ਦਿਓ, ਕਿਉਂਕਿ ਜੇਕਰ ਵੱਧ ਮਾਮਲੇ ਸਾਹਮਣੇ ਆਉਣਗੇ ਚੋਣ ਕਮਿਸ਼ਨ ਵੀ ਸਖਤ ਹੋ ਸਕਦਾ, ਇਹਨਾਂ ਦੀਆਂ ਰੈਲੀਆਂ ਤੇ ਵੀ ਪਾਬੰਦੀਆਂ ਲਗਾ ਸਕਦਾ। ਕਿਉਂਕਿ ਕਿਸੇ ਦੇ ਵਿਆਹ ਦੇ ਵਿੱਚ, ਅੱਜ ਜੇਕਰ ਕਿਸੇ ਦੇ ਵਿਆਹ ਤੇ ਗੱਲ ਕਰਦੇ ਹੋ ਉੱਥੇ ਤਾਂ ਕਹਿੰਦੇ ਕਿ 200 ਬੰਦਾ ਹੋਵੇ, ਠੀਕ ਹੈ ਨਾ, ਤੇ ਜਾਂ ਜਦੋਂ ਤੁਸੀਂ ਇਨਡੋਰ ਕਰਦੇ ਹੋ ਘਟਾ ਦਿਓ, ਬਾਹਰ ਵਧਾ ਦਿਓ। ਪਰ ਜਦੋਂ ਤੁਹਾਡੀਆਂ ਰੈਲੀਆਂ ਹੁੰਦੀਆਂ ਨੇ ਉਦੋਂ ਤੁਸੀਂ ਕਹਿੰਦੇ ਇਤਿਹਾਸਕ ਰੈਲੀ ਹੋਣੀ ਚਾਹੀਦੀ, 5 ਲੱਖ ਬੰਦਾ ਇਕੱਠਾ ਕਰ ਲਓ। ਓਏ 5 ਲੱਖ ਬੰਦਾ ਇਕੱਠਾ ਕਰਕੇ ਤੁਸੀਂ ਦਿਖਾਉਣਾ ਕੀ ਚਾਹੁੰਦੇ ਹੋ? ਇਹਨਾਂ ਨੂੰ ਇਹ ਅੱਜ ਤੱਕ ਸਮਝ ਨਹੀਂ ਆਈ ਸਿਆਸਤਦਾਨਾਂ ਨੂੰ ਕਿ ਭੀੜ ਕਦੇ ਵੀ ਵੋਟ ਦੇ ਵਿੱਚ ਤਬਦੀਲ ਨਹੀਂ ਹੁੰਦੀ। ਵੋਟਰ ਹਮੇਸ਼ਾ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ ਤੇ ਜਿਹੜੇ ਆਉਂਦੇ ਨੇ ਉਹ ਸਿਰਫ ਘੁੰਮਣ ਆਉਂਦੇ ਨੇ। ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਆਪਣੀਆਂ ਵੋਟਾਂ ਕਿੱਥੋਂ ਕੱਢਣੀਆਂ। ਇਹ ਭੀੜਾਂ ਇਕੱਠੀਆਂ ਨਾ ਕਰੋ। ਕਰੋਨੇ ਤੋਂ ਬਚਾ ਰਵੇ ਲੋਕਾਂ ਦਾ ਵੀ, ਲੋਕੀ ਵੀ ਚੁਸਤ ਦੁਰਸਤ ਤੰਦਰੁਸਤ ਰਹਿਣ, ਠੀਕ ਹੈ। ਔਰ ਜਦੋਂ ਤੁਹਾਨੂੰ ਕਿਸਾਨ ਬੈਠੇ ਸੀ ਹੱਦਾਂ ਦੇ ਉੱਪਰ ਉਦੋਂ ਤੁਹਾਨੂੰ ਕਰੋਨੇ ਤੋਂ ਡਰ ਲੱਗਦਾ ਸੀ। ਅੱਜ ਤੋਂ ਜਦੋਂ ਤੁਸੀਂ ਰੈਲੀਆਂ ਕਰ ਰਹੇ ਹੋ ਉਦੋਂ ਤੁਹਾਨੂੰ ਡਰ ਨਹੀਂ ਲੱਗਦਾ। ਮਾਨਯੋਗ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਜਨਵਰੀ ਦੇ ਵਿੱਚ, ਉੱਥੇ ਆਣ ਕੇ ਉਹ ਵੱਡੀ ਰੈਲੀ ਕਰਨਗੇ। ਇਧਰ ਕੇਜਰੀਵਾਲ ਹੁਣਾਂ ਦੇ ਸ਼ਾਂਤੀ ਮਾਰਚ ਨਹੀਂ ਮੁੱਕਦੇ, ਬੜੀਆਂ ਉਹ ਰੈਲੀਆਂ ਕਰ ਰਹੇ ਨੇ ਵੱਡੀਆਂ। ਦਿੱਲੀ ਦੇ ਵਿੱਚ ਤਾਂ ਯੈਲੋ ਅਲਰਟ ਲਾਈ ਫਿਰਦੇ ਨੇ। ਹਾਂ, ਦਿੱਲੀ ਦੇ ਵਿੱਚ ਯੈਲੋ ਅਲਰਟ ਆ। ਇੱਥੇ ਆਣ ਕੇ ਉਹ ਕਹਿੰਦੇ ਵੀ ਬਸ ਹਾਲਾ ਚੱਕ ਦਿਓ ਫੱਟੇ। ਤੇ ਇਧਰ ਜਿਹੜੇ ਸਾਡੇ ਕਾਂਗਰਸੀ ਹੈਗੇ ਉਹ ਕਿਹੜਾ ਘੱਟ ਕਰਦੇ, ਥਾਂ ਰੈਲੀਆਂ। ਪ੍ਰਧਾਨ ਸਾਹਿਬ ਕਿਸੇ ਪਾਸੇ ਆ, ਮੁੱਖ ਮੰਤਰੀ ਕਿਸੇ ਪਾਸੇ ਆ, ਇੱਕ ਥਾਂ ਇਕੱਠੇ ਹੁੰਦੇ ਨੇ ਜਿੱਦਾਂ ਚੁੰਬਕ ਦੇ 2 ਪਾਸੇ ਹੁੰਦੇ ਨਾ, ਜਦੋਂ ਹੁੰਦਾ ਤੇ ਦੌੜਦੇ ਇੱਕ ਦੂਸਰੇ ਤੋਂ ਪਰੇ ਇਦਾਂ ਪਰੇ ਦੌੜਦੇ ਆ। ਰੈਲੀਆਂ ਤੇ ਧੜਾ ਰੈਲੀਆਂ ਹੋ ਰਹੀਆਂ ਨੇ। ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੇ ਵੀ ਕੰਟਰੋਲ ਕਰਨਾ ਚਾਹੀਦਾ। ਚੋਣ ਕਮਿਸ਼ਨ ਜੇਕਰ ਸਖਤੀ ਕਰੇ, ਜਿੱਦਾਂ ਵਿਦੇਸ਼ਾਂ ਦੇ ਵਿੱਚ ਵੀ ਆ, ਠੀਕ ਹੈ, ਉੱਥੇ ਵੀ ਅਗਲੇ ਚੋਣਾਂ ਲੜਦਾ ਹੀ ਆ, ਉੱਥੇ ਵੀ ਆਪਣਾ ਪ੍ਰਚਾਰ ਹੁੰਦਾ ਹੀ ਆ। ਇਹਨਾਂ ਨੂੰ ਵੀ ਜੇਕਰ ਕਿਤੇ ਰੇਡੀਓ ਟੀਵੀ ਦੇ ਮਾਧਿਅਮ ਨੂੰ ਅੱਛੇ ਤਰੀਕੇ ਦੇ ਨਾਲ ਵਰਤਣਾ ਆ ਜਾਵੇ, ਆਪਣੇ ਤੁਸੀਂ ਡਿਜੀਟਲ ਰੈਲੀਆਂ ਕਰ ਸਕਦੇ ਹੋ, ਉੱਥੇ ਤੁਸੀਂ ਉਸ ਤਰੀਕੇ ਦੇ ਨਾਲ ਕਰੋ, ਵਰਤੋ ਉਸ ਟੈਕਨੋਲੋਜੀ ਦੇ ਯੁੱਗ ਨੂੰ। ਹੁਣ ਉਹ ਤਾਂ ਸਮਾਂ ਹੈ ਨਹੀਂ। ਜੇ ਬਾਹਲੀ ਗੱਲ ਆ, ਤੁਸੀਂ ਡੋਰ ਟੂ ਡੋਰ ਜਾਓ, ਆਪਣੇ 4-5 ਬੰਦੇ ਨਾਲ ਲੈ ਕੇ ਡੋਰ ਟੂ ਡੋਰ ਜਾਓ, ਤੁਹਾਡੇ ਕੋਲ ਸਮਾਂ ਆ। ਪਰ ਕਹਿਣ ਦਾ ਮਤਲਬ ਹੈ ਕਿ ਜਿਹੜਾ ਬੰਦਾ 5 ਸਾਲ ਆਪਣੇ ਹਲਕੇ ਦੇ ਵਿੱਚ ਨਾ ਬੜਿਆ ਹੋਵੇ, ਉਹ ਬੰਦਾ ਕਿਹੜਾ ਮੂੰਹ ਲੈ ਕੇ ਜਾਊਗਾ? ਜਿਹੜੇ 5-7 ਮੂੰਹ ਨਾਲ ਹੋਣਗੇ ਅਗਲੇ ਦੇ ਮੂੰਹ ਨਾ ਭੰਨਣਗੇ ਲੋਕੀ। ਜੇ ਸਿਹਤ ਦੀ ਗੱਲ ਕਰੀਏ ਤੇ ਇੱਕ ਸਰਵੇ ਇਹ ਵੀ ਗੱਲ ਕਹਿੰਦਾ ਹੈ ਕਿ ਸਿਹਤ ਸੇਵਾਵਾਂ ਦੇ ਮਾਮਲੇ ਦੇ ਵਿੱਚ ਕੇਰਲ ਨੰਬਰ 1 ਹੈ ਤੇ ਯੂਪੀ ਸਭ ਤੋਂ ਅਖੀਰਲੇ ਪਾਏਦਾਨ ਤੇ ਹੈ। ਲਓ ਜੀ, ਤੁਹਾਡੇ ਹਮਨਾਮ ਨੇ ਉੱਥੇ। ਦੇਖੋ ਗੱਲ ਹੈ ਕਿ ਤੁਸੀਂ ਜੋਗੀ ਤੇ ਯੋਗੀ। ਗੱਲ ਇਹ ਹੈ ਕਿ ਯੋਗੀ ਆਦਿੱਤਿਆਨਾਥ ਉਹ ਉੱਥੇ ਦੇ ਮਾਨਯੋਗ ਮੁੱਖ ਮੰਤਰੀ ਨੇ। ਕਈ ਥਾਵਾਂ ਤੇ ਜੇਕਰ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ, ਕਿਉਂਕਿ ਪ੍ਰਧਾਨ ਮੰਤਰੀ ਹੁਣ ਦਾ ਆਪਣਾ ਪਸੰਦੀਦਾ ਉਹ ਸਟੇਟ ਆ ਔਰ ਆਪ ਵੀ ਉੱਥੋਂ ਇਲੈਕਸ਼ਨ ਲੜੇ ਹੋਏ ਨੇ, ਉਹਨਾਂ ਦੀ ਕਨਸਟੀਚੁਐਂਸੀ ਵੀ ਉੱਥੇ ਹੀ ਆ। ਬਹੁਤ ਉਹਨਾਂ ਨੇ ਉੱਥੇ ਕੰਮ ਕਰਵਾਇਆ,
ਧੜੱਲੇ ਦੇ ਨਾਲ, ਕਿਉਂਕਿ ਉਹ ਗੇਟਵੇ ਆਫ ਪੋਲਿਟਿਕਸ ਆ, ਜਿਹੜੀ ਨੈਸ਼ਨਲ ਪੋਲਿਟਿਕਸ ਆ ਉਹ ਉੱਥੋਂ ਹੋ ਕੇ ਨਿਕਲਦੀ ਆ। ਪ੍ਰਧਾਨ ਮੰਤਰੀ ਯੂਪੀ ਦੇ ਵਿੱਚੋਂ ਨਿਕਲਦਾ। ਉੱਥੇ ਉਹਨਾਂ ਨੇ ਬਹੁਤ ਕੰਮ ਕੀਤਾ ਵੱਡੇ ਪੱਧਰ ਤੇ। ਹੁਣ ਮੈਟਰੋ ਵੀ ਚਲਾਈ ਪਿੱਛੇ ਜੇ ਉਹਨਾਂ ਨੇ। ਏਡੇ ਵੱਡੇ ਪੱਧਰ ਤੇ ਜੇਕਰ ਤੁਸੀਂ ਡਿਵੈਲਪਮੈਂਟ ਕੀਤੀ ਹੈ ਤਾਂ ਫਿਰ ਸਿਹਤ ਦਾ ਮਹਿਕਮਾ ਕਿਉਂ ਪਛੜ ਗਿਆ? ਜਿਹੜਾ ਸਿੱਧਾ ਲੋਕਾਂ ਦੇ ਨਾਲ ਜੁੜਿਆ ਹੋਇਆ, ਜਿਹੜਾ ਸਿੱਧਾ ਲੋਕਾਂ ਦੇ ਲਈ ਹੈ, ਉਹ ਕਿਉਂ ਪਛੜ ਗਿਆ? ਉਹ ਪਛੜਨਾ ਨਹੀਂ ਸੀ ਚਾਹੀਦਾ। ਦੇਖੋ, ਜੇਕਰ ਹੁਣ ਕੇਰਲਾ ਦੀ ਅਸੀਂ ਗੱਲ ਕਰਦੇ ਹਾਂ, ਕੇਰਲਾ ਸਿਹਤ ਮਹਿਕਮੇ ਦੇ ਵਿੱਚ ਵੀ ਅੱਗੇ ਆ, ਪੜ੍ਹਾਈ ਦੇ ਵਿੱਚ ਵੀ ਅੱਗੇ ਆ, ਤੇ ਇਹ ਬਹੁਤ ਖੂਬਸੂਰਤ ਗੱਲ ਹੈ ਜੀ। ਇਹਦੀ ਤਾਂ ਜਿੰਨੀ ਆਪਾਂ ਤਾਰੀਫ ਕਰੀਏ ਓਨੀ ਘੱਟ ਹੈ। ਯੂਪੀ ਵੀ ਇੱਕ ਗੱਲ ਦੇ ਵਿੱਚ ਨੰਬਰ 1 ਹੈ। ਕਿਹੜੀ ਚ? ਇਮਾਰਤਾਂ ਨੂੰ ਭਗਵਾ ਕਰਨ। ਹਾਂ, ਇਮਾਰਤਾਂ ਦੇ ਰੰਗ ਕਦੇ ਭਗਵੇਂ ਰੰਗ ਦੇ ਕਰਦੇ ਹੋ, ਕਦੇ ਤੁਸੀਂ ਆਪ ਐਡਰੈਸਾਂ ਭਗਵੇਂ ਰੰਗ ਦੀਆਂ ਕਰਦੇ ਹੋ, ਨਾਮ ਬਦਲਦੇ ਹੋ, ਕਦੇ ਨਾਮ ਬਦਲਦੇ ਹੋ। ਇਹਨਾਂ ਕੰਮਾਂ ਦੇ ਵਿੱਚ ਤੁਸੀਂ ਨੰਬਰ 1 ਹੋ ਗਏ। ਤੁਸੀਂ ਸਿਹਤ ਮਹਿਕਮੇ ਦੇ ਵਿੱਚ ਤੁਸੀਂ ਆਪਾਂ ਫਾਡੀ ਰਹਿ ਗਏ ਆ। ਸਿਹਤ ਸਹੂਲਤਾਂ ਦੇ ਵਿੱਚ ਸੋਚਣਾ ਚਾਹੀਦਾ ਹੈ ਕਿ ਹੁਣ ਜਦੋਂ ਉਹ ਵੋਟਾਂ ਮੰਗਣ ਜਾਣਗੇ, ਲੋਕਾਂ ਦੀ ਕਚਹਿਰੀ ਦੇ ਵਿੱਚ ਨਿਤਰਨਗੇ, ਤਾਂ ਕਿਸ ਨਾਮ ਤੇ ਵੋਟਾਂ ਮੰਗਣਗੇ? ਸਾਰੇ ਲੋਕ ਜਿਹੜੇ ਆ ਉਹ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ? ਸਾਨੂੰ ਸਿਹਤ ਮਹਿਕਮਾ ਚੁਸਤ ਦੁਰਸਤ ਦਿਓ। ਸਾਡੀਆਂ ਸਿਹਤ ਦੀਆਂ, ਸਾਡੀ ਪੜ੍ਹਾਈ ਦੀ, ਸਾਡੇ ਖਾਣ ਪੀਣ ਦੀ, ਸਾਨੂੰ ਚੰਗੇ ਪੈਸੇ ਖਰਚ ਕੇ ਵੀ ਅੱਜ ਸਮਾਨ ਖਾਣ ਪੀਣ ਨੂੰ ਚੰਗਾ, ਸ਼ੁੱਧ, ਸਹੀ ਨਹੀਂ ਮਿਲਦਾ। ਤੇ ਜੇਕਰ ਸਾਨੂੰ ਖਾਣ ਪੀਣ ਨੂੰ ਸਮਾਨ ਨਹੀਂ ਮਿਲੂਗਾ, ਅਸੀਂ ਜ਼ਹਿਰਾਂ ਹੀ ਖਾਂਦੇ ਰਵਾਂਗੇ ਔਰ ਅਸੀਂ ਇਸੇ ਤਰ੍ਹਾਂ ਹੀ ਨਕਲੀ ਸਾਰਾ ਕੁਝ ਸਾਨੂੰ ਖਾਣ ਪੀਣ ਨੂੰ ਮਿਲਦਾ ਰਹੇਗਾ, ਤੇ ਅਸੀਂ ਕਿੱਥੇ ਬਚਾਂਗੇ? ਸਾਡੀ ਔਸਤ ਉਮਰ ਜਿਹੜੀ ਹੈ ਉਹ ਲਗਾਤਾਰ ਘਟਦੀ ਜਾ ਰਹੀ ਹੈ। ਇਹਦੇ ਬਾਬਤ ਕਦੇ ਕਿਸੇ ਨੇ ਸੋਚਿਆ? ਬੜੀ ਇੱਕ ਵਧੀਆ ਗੱਲ ਹੋਈ ਹੈ। ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲੇ ਜਿਹੜੇ ਆ, ਉਹਨਾਂ ਨੇ ਇਕੱਠਿਆਂ ਹੋ ਕੇ ਇੱਕ ਵਾਤਾਵਰਣ ਦਾ ਮੁੱਦਾ ਜਿਹੜਾ, ਉਹ ਮੈਨੀਫੈਸਟੋ ਜਿਹੜਾ ਉਹ ਬਣਾਉਣ ਨੂੰ ਸਿਆਸੀ ਪਾਰਟੀਆਂ ਤੀਕਰ ਪਹੁੰਚ ਬਣਾਈ। ਬਿਲਕੁਲ ਹੋਣਾ ਚਾਹੀਦਾ। ਇਹਨਾਂ ਨੂੰ ਆਪਣੇ ਮੈਨੀਫੈਸਟੋ ਦੇ ਵਿੱਚ ਜਿੰਨੀਆਂ ਵੀ ਸਿਆਸੀ ਧਿਰਾਂ ਨੇ, ਜਿੰਨੀਆਂ ਵੀ ਸਿਆਸੀ ਜਮਾਤਾਂ ਨੇ, ਉਹਨਾਂ ਨੂੰ ਇਸ ਗੱਲ ਨੂੰ ਲਾਜ਼ਮੀ ਆਪਣੇ ਮੈਨੀਫੈਸਟੋ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਕਿ ਤੁਸੀਂ ਵਾਤਾਵਰਣ ਦੇ ਵਾਸਤੇ ਤੁਹਾਡੇ ਕੀ ਉਪਰਾਲੇ ਹੋਣਗੇ, ਕੀ ਉਪਾਅ ਹੋਣਗੇ, ਕੀ ਤੁਸੀਂ ਕਰੋਗੇ, ਕਿਉਂਕਿ ਸਾਡਾ ਵਾਤਾਵਰਣ ਸਾਰਾ ਹੀ ਪਲੀਤ ਹੋ ਚੁੱਕਿਆ ਹੈ। ਔਰ ਜੇਕਰ ਉਹ ਪਲੀਤ ਹੋਊਗਾ, ਇੱਥੇ ਆਕਸੀਜਨ ਨਹੀਂ ਸਾਨੂੰ ਲੱਭਦੀ ਫਿਰ ਹਸਪਤਾਲਾਂ ਦੇ ਵਿੱਚ, ਤੇ ਸਾਡੇ ਵਾਤਾਵਰਣ ਨੂੰ ਜੇਕਰ ਸ਼ੁੱਧ ਸਪਸ਼ਟ ਕਰਨਗੇ ਤਾਂ ਚੰਗੇ ਰਹਿਣਗੇ, ਨਹੀਂ ਤਾਂ ਫਿਰ ਸਾਡੀਆਂ ਉਮਰਾਂ। ਇਹ ਵੀ ਇੱਕ ਖੋਜ ਆ ਕਿ ਵਾਤਾਵਰਨ ਔਰ ਗੰਦਲੇ ਹੋਏ ਇਸ ਆਬੋ ਹਵਾ ਨੇ ਸਾਡੀ ਉਮਰ 10 ਸਾਲ ਘਟਾਤੀ ਹੈ। ਬਿਲਕੁਲ ਜੀ। ਔਰ ਇਹਦੇ ਨਾਲ ਇੱਕ ਇਹ ਵੀ ਗੱਲ ਹੈ ਕਿ ਇੱਕ ਪਾਸੇ ਤੇ ਡਿਜੀਟਲਾਈਜੇਸ਼ਨ ਇੰਨੀ ਵੱਧ ਗਈ ਹੈ ਔਰ ਭਾਰਤ ਦੇ ਜਿਹੜੇ 13 ਸ਼ਹਿਰ ਨੇ, ਨਵੇਂ ਸਾਲ ਦੇ ਵਿੱਚ ਕਿਹਾ ਜਾ ਰਿਹਾ ਇਹਨਾਂ ਨੂੰ 5G ਕਰ ਦਿੱਤਾ ਜਾਏਗਾ। WhatsApp ਹੁਣ ਰੋਕ ਕੇ ਨਹੀਂ ਚੱਲੇਗਾ ਔਰ HD ਮੂਵੀਜ਼ ਜਿਹੜੀਆਂ ਨੇ ਨਾ, ਉਹ ਵੀ ਬਹੁਤ ਜਲਦੀ 20 ਸੈਕਿੰਡ ਦੇ ਅੰਦਰ ਜਿਹੜੀ ਡਾਊਨਲੋਡ ਹੋ ਜਾਏਗੀ। ਦੇਖੋ, ਆ ਨਵੀਆਂ ਹੀ ਗੱਲਾਂ ਆ। 5G 2G 3G 4G 5G। ਅੱਗੇ ਤਾਂ ਇੱਕ ਦੂਜੇ ਦੇ ਨਾਂ ਦੇ ਪਿੱਛੇ ਜੀ ਲਾਉਂਦੇ ਸੀ। ਹਾਂ, AG OG ਹੁੰਦਾ ਸੀਗਾ, ਤੇ ਜਾਂ ਫਿਰ ਸਾਡੇ ਇੱਕੋ ਹੀ ਵੱਡਾ ਜੀ ਹੁੰਦਾ ਸੀਗਾ, ਪਾਪਾ ਜੀ। ਔਰ ਉਹਦੇ ਚੱਪਲ ਦੇ ਨਾਲ ਸਾਰੇ ਸਿੱਧੇ ਚੱਲਦੇ ਹੁੰਦੇ ਸੀ, ਕੋਈ ਰੋਕ ਕੇ ਨਹੀਂ ਸੀ ਚੱਲਦਾ। ਪਰ ਕਹਿਣ ਦਾ ਮਤਲਬ ਇਹ ਕਿ ਠੀਕ ਹੈ, ਤਰੱਕੀ ਕਰਨਾ ਹਰ ਇੱਕ ਯੁੱਗ ਦਾ ਆਪਣਾ ਇੱਕ ਅਧਿਕਾਰ ਆ, ਅੱਗੇ ਵਧਣਾ ਚਾਹੀਦਾ, ਪਰ ਇਸ ਤਰੱਕੀ ਦੇ ਵਿੱਚ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤਰੱਕੀ ਕਿਹੜੀ ਚੀਜ਼ ਦੀ ਹੋਣੀ ਚਾਹੀਦੀ ਹੈ। ਬਿਲਕੁਲ। ਟੈਕਨੋਲੋਜੀ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਜੋਗੀ ਜੀ ਕਿ ਹੁਣ ਇੱਕ 60 ਸਾਲ ਦੀ ਉਮਰ ਦਾ ਬੰਦਾ, ਅਮਰੀਕਾ ਦੀ ਗੱਲ ਹੈ, ਉਹਨੂੰ ਲਕਵਾ ਹੋਇਆ ਸੀਗਾ। ਅੱਛਾ। ਉਹਨੇ ਸਿਰਫ ਸੋਚਿਆ, ਕਿਉਂਕਿ ਜਿਹਨੂੰ ਲਕਵਾ ਹੋਇਆ ਹੋਵੇ ਉਹ ਭਾਵੇਂ ਲਿਖ ਪੜ੍ਹ ਕੁਝ ਨਹੀਂ ਸਕਦਾ, ਲੇਕਿਨ ਉਹ ਸੋਚ ਤੇ ਸਕਦਾ। ਉਹਨੇ ਸੋਚਿਆ ਔਰ ਉਹ ਮੈਸੇਜ ਆਟੋਮੈਟਿਕਲੀ ਚਲਾ ਗਿਆ। ਇੱਕ ਨਵੀਂ ਟੈਕਨੀਕ ਹੈ ਜਿਹਦੇ ਵਿੱਚ ਤੁਹਾਡੇ ਬ੍ਰੇਨ ਨੂੰ ਕੰਪਿਊਟਰ ਪੜ੍ਹ ਲੇਗਾ ਔਰ ਉਹ ਤੁਸੀਂ ਸ਼ਾਪਿੰਗ ਵੀ ਇਸ ਤਰੀਕੇ ਦੇ ਨਾਲ ਕਰ ਸਕੋਗੇ, ਹਰ ਇੱਕ ਚੀਜ਼ ਕਰ ਸਕੋਗੇ। ਮੰਨ ਲਓ ਤੁਹਾਡੇ ਮਨ ਦੇ ਵਿੱਚ ਆਈ ਮੈਂ ਨਵਾਂ ਬਲੇਜ਼ਰ ਲੈਣਾ, ਮਨ 'ਚ ਹੀ ਆਈ ਹੈ, ਨਾਲੇ ਹੀ ਸ਼ਾਪਿੰਗ ਦੀਆਂ ਹਜ਼ਾਰਾਂ ਆਪਸ਼ਨਸ। ਤੁਸੀਂ ਇੱਕ ਡਿਜੀਟਲ ਜੇ ਸ਼ੋਰੂਮ ਦੇ ਵਿੱਚ ਪਹੁੰਚ ਜਾਓਗੇ ਜਿੱਥੇ ਕਿੰਨੀਆਂ ਹੀ ਆਪਸ਼ਨਸ ਤੁਹਾਡੇ ਕੰਪਿਊਟਰ, ਤੁਹਾਡੇ ਮੋਬਾਈਲ, ਤੁਹਾਡੇ ਗੈਜਟ ਦੇ ਅੱਗੇ ਆ ਜਾਣੀਆਂ। ਯਾਨੀ ਕਿ ਇਹ ਟੈਕਨੀਕ ਜਿਹੜੀ ਹੈ ਨਾ, ਹੁਣ ਸਾਡਾ ਮਨ ਪੜ੍ਹਨ ਲੱਗ ਪਈ ਹੈ। ਕੀ ਬਾਤ ਹੈ ਜੀ। ਦੇਖੋ, ਜਿਹੜੇ ਬੰਦੇ ਆ, ਬੰਦੇ ਤਾਂ ਬੰਦੇ ਦੇ ਮਨ ਨਹੀਂ ਪੜ੍ਹ ਸਕੇ, ਨਹੀਂ, ਪਰ ਟੈਕਨੋਲੋਜੀ ਜਿਹੜੀ ਹੈ ਹੁਣ ਇੱਕ ਦੂਸਰੇ ਦੇ ਮਨ ਪੜ੍ਹਿਆ ਕਰੇਗੀ। ਹੁਣ ਮਨ ਪੜ੍ਹਨ ਲੱਗ ਪਈ ਹੈ ਔਰ ਇਸ ਟੈਕਨੋਲੋਜੀ ਨੇ ਅੱਜ ਕਿੱਥੇ ਲਿਆ ਕੇ ਬੰਦੇ ਨੂੰ ਖੜਾ ਕਰ ਦਿੱਤਾ ਜੀ। ਜੇਕਰ ਇਸੇ ਤਰ੍ਹਾਂ ਹੀ ਸੱਚੀ ਮੁੱਚੀ ਹੋਣ ਲੱਗ ਪਿਆ ਤਾਂ ਫਿਰ ਤੁਸੀਂ ਹਿਸਾਬ ਲਾ ਲਓ ਕਿ ਜਿਹੜੇ ਟੂਣੇ ਕਰਦੇ ਆ, ਟਣਿਆਡੇ ਆ, ਜਿਹੜੇ ਦੀਵਾਲੀ ਵਾਲੇ ਦਿਨ ਚੌਂਕਾਂ ਦੇ ਵਿੱਚ ਉਹ ਖਿਲਾਰ ਦਿੰਦੇ ਝਾੜੂ ਜਾਏ, ਕਈ ਕੁਛ ਹੋਰ ਵੀ ਖਿਲਾਰਿਆ ਹੁੰਦਾ, ਠੀਕ ਹੈ ਜੀ।
ਤੇ ਉਹ ਲੋਕ ਜਿਹੜੇ ਆ ਉਹ ਤੇ ਬੜੇ ਖੁਸ਼ ਹੋਣਗੇ। ਉਹ ਤਾਂ ਫਿਰ ਕੰਪਿਊਟਰ ਦੇ ਕੋਲ ਸਾਡੇ ਕੈਨੇਡਾ 'ਚ ਕਿਹੜੇ ਟੂਣੇ ਨਹੀਂ ਹੁੰਦੇ, ਮੈਂ ਕਿਹਾ ਜੀ ਚੌਂਕਾਂ ਦੇ ਵਿੱਚ ਨਾਰੀਅਲ ਤੇਲ ਮੈਂ ਤੇ ਨਿੱਕੇ ਹੁੰਦੇ ਨਾ ਘਰੋਂ ਬਾਹਰ ਜਦੋਂ ਨਿਕਲਣਾ ਤੇ ਘਰਦਿਆਂ ਨੇ ਕਹਿਣਾ ਬਾਹਰ ਨਹੀਂ ਨਿਕਲਣਾ ਕਿ ਉਹ ਆ ਜਾਂਦੀ ਹੈ ਬਾਲ ਕੱਟ ਕੇ ਲੈ ਜਾਂਦਾ ਕੋਈ। ਤੇ ਉਹ ਬਾਲ ਕੱਟਣ ਵਾਲੀ ਚੜੇਲ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਕੱਲੇ ਦੀਵਾਲੀ ਤੇ ਨਾ ਆਇਆ ਕਰ, ਤੂੰ ਹਰ ਹਫ਼ਤੇ ਬਾਅਦ ਆਇਆ ਕਰ, ਇੱਕ ਤੇ ਬਾਲ ਕੱਟ ਜਿਆ ਕਰ ਫ੍ਰੀ ਦੇ। ਦੂਸਰਾ ਜੇਕਰ ਕਿਸੇ ਨੇ ਕੋਈ ਸ਼ੇਪ ਵਗੈਰਾ ਕਰਾਉਣੀ ਹੈ ਉਹ ਕਰ ਜਿਆ ਕਰ, ਉਹ ਵੀ ਸਰਵਿਸ ਦੇ। ਨਾ ਤੂੰ ਆਪਣੇ ਕੋਲ ਇੱਕ ਨਾ ਕਰੀਮਾਂ ਦੀਆਂ ਡੱਬੀਆਂ ਵੀ ਰੱਖ ਥੋੜੀਆਂ ਜਿਹੀਆਂ, ਫੇਸ਼ੀਅਲ ਵੀ ਕਰ ਦਿੱਤਾ, ਠੀਕ ਹੈ ਜੀ। ਔਰ ਇਹ ਜਿਹੜੀਆਂ ਚੀਜ਼ਾਂ ਇਹ ਮੈਡਮ ਚੜੇਲ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਜ਼ਰੂਰ ਆਪਣੇ ਕੋਲ ਰੱਖੇ, ਕਿਉਂਕਿ ਉਹਦੇ ਨਾਲ ਇਦਾਂ ਹੋਗਾ ਕਿ ਸਾਡੇ ਬਹੁਤ ਸਾਰੇ ਡਾਲਰ ਆ ਉਹ ਬਚ ਜਾਣਗੇ, ਸਾਨੂੰ ਵੀ ਕੁਝ ਫਾਇਦਾ ਹੋਵੇ। ਕਿਉਂਕਿ ਨਹੀਂ ਤਾਂ ਹਾਲੇ ਤੱਕ ਵੀ ਅਸੀਂ ਆਪਣੇ ਨਿਆਣਿਆਂ ਨੂੰ ਇਹੀ ਕਹਿੰਦੇ ਆ ਕਿ ਦੀਵਾਲੀ ਵਾਲੇ ਦਿਨ ਬਾਹਰ ਨਾ ਨਿਕਲਿਓ, ਤੁਹਾਡੇ ਵਾਲ ਕੱਟੇ ਜਾਣਗੇ। ਇੱਥੇ ਵਾਲ ਕੀ ਕੱਟ ਹੋਣੇ ਆ, ਸਭ ਉਹੀ ਗੱਲਾਂ। ਪਰ ਇਹ ਜਿਹੜੀ ਟੈਕਨੋਲੋਜੀ ਦੀ ਤੁਸੀਂ ਗੱਲ ਕੀਤੀ ਆ ਕਿ ਜੇਕਰ ਇਸ ਤਰ੍ਹਾਂ ਹੋ ਗਿਆ, ਬਹੁਤ ਸਾਰੇ ਜਿਹੜੇ ਬਿਮਾਰ ਨੇ, ਬਹੁਤ ਸਾਰੇ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਉਹਨਾਂ ਦੀ ਸੁੱਖ ਸਹੂਲਤ ਦੇ ਵਾਸਤੇ ਇਹ ਚੰਗੀ ਸੋਚ ਆ। ਇਸੇ ਕਰਕੇ ਬਾਹਰਲੇ ਲੋਕ ਜਿਹੜੇ ਆ, ਬਾਹਰਲੇ ਮੁਲਕ ਜਿਹੜੇ ਆ, ਉਹ ਤਰੱਕੀਆਂ ਕਰਕੇ ਸਾਡੇ ਵਾਲੇ ਹਾਲੇ ਵੀ 40-50 ਲੱਖ ਦਾ ਟਰਾਲਾ ਲੈਣਗੇ ਔਰ ਮਗਰ ਲੱਗਣਗੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਕਿੱਥੋਂ ਅਸੀਂ ਉਹਨਾਂ ਦੇ ਨਾਲ ਰਲ ਜਾਣਾ। ਤੁਹਾਨੂੰ ਪਤਾ ਈਵਲ ਆਈ ਜਿਹੜੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਆਪਣਾ ਕਦੇ WhatsApp ਖੋਲ ਕੇ ਦੇਖਿਓ, ਤੁਹਾਨੂੰ ਇਮੋਜੀਜ਼ ਦੇ ਵਿੱਚ ਨਾ ਉਹ ਈਵਲ ਆਈ ਵਾਲਾ ਵੀ ਆਈਕਨ ਦਿਖੇਗਾ। ਬਿਲਕੁਲ ਹੈ ਨਾ, ਇਹ ਹੁੰਦਾ ਹੈ। ਔਰ ਬਹੁਤ ਸਾਰੇ ਲੋਕ ਜਿਹੜੇ ਕਪਲ ਹੋ ਗਏ ਜਾਂ ਕਿਸੇ ਨੇ ਆਪਣੀ ਕੋਈ ਪਰਫਾਰਮੈਂਸ ਜਾਂ ਆਪਣੀ ਜਿੱਦਾਂ ਕਹਿ ਲਓ ਕਿ ਕੋਈ ਕਾਬਲੀਅਤ ਜਾਂ ਆਪਣੀ ਕੋਈ ਉਚਾਈ ਜਿਹੜੀ ਹੈ ਉਹਨੂੰ ਸ਼ੇਅਰ ਕਰਤਾ, ਅਚੀਵਮੈਂਟ ਨੂੰ ਸ਼ੇਅਰ ਕਰਤਾ, ਤੇ ਉਹ ਬਕਾਇਦਾ ਇਮੋਜੀ ਯੂਜ਼ ਕਰਦੇ ਆ ਕਿ ਸਾਨੂੰ ਨਜ਼ਰ ਨਾ ਲੱਗੇ ਲੋਕਾਂ ਦੀ। ਦੇਖੋ ਗੱਲ ਇਹ ਹੈ ਕਿ ਚਲੋ ਖੈਰ ਇਹ ਆਪੋ ਆਪਣੇ ਮਨ ਦੇ ਵਹਿਮ ਨੇ, ਪਰ ਇਹ ਮਨ ਦੇ ਵਹਿਮ ਕੱਢ ਕੇ ਹੀ ਅਸੀਂ ਚੰਨ ਤੀਕਰ ਪਹੁੰਚ ਸਕਦੇ ਹਾਂ। ਨਹੀਂ ਤਾਂ ਹਾਲੇ ਵੀ ਅਸੀਂ ਉੱਥੇ ਇਹਨਾਂ ਚੌਂਕਾਂ ਦੇ ਵਿੱਚ ਟੂਣੇ ਟਣਿਆਡੇ ਬਣ ਕੇ ਉਦਾਂ ਹੀ ਬਸ ਤੁਰੇ ਫਿਰਾਂਗੇ। ਜ਼ਿੰਦਗੀ ਅੱਗੇ ਨਹੀਂ ਵਧੇਗੀ, ਜ਼ਿੰਦਗੀ ਦੇ ਵਿੱਚ ਖੜੋਤ ਬਣੀ ਰਹੇਗੀ, ਜ਼ਿੰਦਗੀ ਦੇ ਵਿੱਚ ਸੋਚ ਜਿਹੜੀ ਆ ਉਹ ਵਿਕਸਿਤ ਨਹੀਂ ਹੋਵੇਗੀ। ਬਿਲਕੁਲ ਜੀ, ਜ਼ਿੰਦਗੀ ਰੁਕਣ ਦਾ ਨਾਮ ਨਹੀਂ, ਅੱਗੇ ਵਧਣ ਦਾ ਨਾਮ ਹੈ, ਤੇ ਅਸੀਂ ਵੀ ਅੱਗੇ ਵਧਦੇ ਹਾਂ, ਚੱਲਦੇ ਹਾਂ, ਲੈਂਦੇ ਹਾਂ ਤੁਹਾਡੇ ਤੋਂ ਵਿਦਾ। ਪਰ ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੀਓ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।